स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਕਹਿੰਦੇ ਨੇ ਨਸ਼ਾ ਬਹੁਤ ਮਾੜਾ ਹੁੰਦਾ, ਨਸ਼ਾ ਕਰਨਾ ਨਹੀਂ ਚਾਹੀਦਾ। ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ ਨਤੀਜੇ ਬੜੇ ਖਤਰਨਾਕ ਭੁਗਤਣੇ ਪੈਂਦੇ ਨੇ। ਅਜਿਹੇ ਨਸ਼ਿਆਂ ਦੇ ਵਿੱਚੋਂ ਇੱਕ ਨਸ਼ਾ ਸੱਤਾ ਦਾ ਨਸ਼ਾ। ਜਦੋਂ ਸਿਰ ਚੜ ਕੇ ਬੋਲਦਾ ਤਾਂ ਬੰਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ। ਅਜਿਹੇ ਹਾਲਾਤ ਅੱਜ ਕੱਲ੍ਹ ਬਣੇ ਹੋਏ ਨੇ। ਖਾਸ ਤੌਰ ਤੇ ਪੰਜਾਬ ਦੀਆਂ ਵਿਰੋਧੀ ਧਿਰਾਂ, ਸਿਆਸੀ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਇਹ ਸੱਤਾ ਦਾ ਨਸ਼ਾ ਉਦੋਂ ਤੋਂ ਹੀ ਸੱਤਾ ਧਿਰ ਤੇ ਸਵਾਰ ਹੈ ਜਦੋਂ ਤੋਂ ਸਰਕਾਰ ਬਣੀ ਸੀ। ਭਾਵੇਂ ਉਹ ਵਿਧਾਇਕ ਹੋਵੇ, ਭਾਵੇਂ ਮੰਤਰੀ ਹੋਵੇ, ਭਾਵੇਂ ਵਰਕਰ ਹੋਵੇ, ਉਹਨਾਂ ਦੇ ਸਿਰ ਤੇ ਅਜਿਹਾ ਸੱਤਾ ਦਾ ਨਸ਼ਾ ਸਵਾਰ ਹੈ ਕਿ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ। ਇਸੇ ਕਰਕੇ ਬੋਲ ਕਬੋਲ ਬੋਲਦੇ ਰਹਿੰਦੇ ਨੇ। ਔਰ ਵੱਡੀ ਗੱਲ ਇਹ ਹੈ ਕਿ ਉਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਹੁੰਦੀ। ਘੱਟੋ ਘੱਟ ਇੱਕ ਐਗਜ਼ਾਮਪਲ ਸੈੱਟ ਕੀਤੀ ਹੋਵੇ ਤਾਂ ਦੂਜੀ ਵਾਰੀ ਬੰਦਾ ਬੋਲਣ ਤੋਂ ਪਹਿਲਾਂ 100 ਵਾਰ ਸੋਚਦਾ, ਪਰ ਅਜਿਹਾ ਨਹੀਂ ਹੋ ਰਿਹਾ। ਇੱਕ ਤੋਂ ਬਾਅਦ ਇੱਕ ਅਜਿਹੀਆਂ ਵੀਡੀਓਜ਼ ਵੀ ਆ ਰਹੀਆਂ ਨੇ, ਆਡੀਓਜ਼ ਵੀ ਆ ਰਹੀਆਂ ਨੇ, ਔਰ ਖਮਿਆਜ਼ਾ ਉਸ ਦੂਜੀ ਧਿਰ ਨੂੰ ਭੁਗਤਣਾ ਪੈਂਦਾ ਹੈ ਜਿਸ ਦੇ ਨਾਲ ਇਹ ਗਾਲੀ ਗਲੋਚ ਜਾਂ ਤਲਕ ਕਲਾਮੀ ਹੋਈ ਹੁੰਦੀ ਹੈ। ਮੇਰੇ ਕਹਿਣ ਦਾ ਭਾਵ ਲੁਧਿਆਣਾ ਦਾ ਇੱਕ ਡੀਐਸਪੀ ਨੂੰ ਖਤਮ ਕਰ ਦਿੱਤਾ, ਸਸਪੈਂਡ ਕਰ ਦਿੱਤਾ, ਉਹਨੂੰ ਅਹੁਦੇ ਤੋਂ ਬਰਤਰਫ ਕਰ ਦਿੱਤਾ ਕਿਉਂਕਿ ਉਹਦੀ ਆਸ਼ੂ ਮੰਤਰੀ ਜਿਹੜੇ ਨੇ ਉਹਨਾਂ ਨਾਲ ਤਲਕ ਕਲਾਮੀ ਹੋਈ ਸੀ। ਉਸ ਤੋਂ ਬਾਅਦ ਟੀਚਰ ਸਾਹਿਬਾਨਾਂ ਬਾਰੇ ਕਿੰਨੀ ਚੰਗੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਸਾਡੇ ਐਜੂਕੇਸ਼ਨ ਮਿਨਿਸਟਰ ਨੇ। ਅਸੀਂ ਬੀਪ ਲਗਾ ਕੇ ਯਾਨੀ ਟੂੰ ਲਗਾ ਕੇ ਵੀ ਤੁਹਾਨੂੰ ਸੁਣਾ ਨਹੀਂ ਸਕਦੇ, ਅਜਿਹੀ ਸ਼ਬਦਾਵਲੀ ਹੈ। ਸੋ ਇਹ ਬੋਲ ਕਬੋਲ ਕਿਉਂ ਹੁੰਦੇ ਨੇ? ਇਹ ਸੱਤਾ ਦਾ ਨਸ਼ਾ ਜਾਂ ਵੇਗ ਦੇ ਵਿੱਚ ਕਈ ਵਾਰ ਜ਼ਬਾਨੋਂ ਨਿਕਲ ਜਾਂਦਾ, ਇਹ ਅਜਿਹੀਆਂ ਚੀਜ਼ਾਂ ਨੇ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਮਹਿਮਾਨਾਂ ਦੇ ਨਾਲ ਕਰਾ ਦਿੰਦੇ ਹਾਂ। ਸਾਡੇ ਨਾਲ ਰਜਿੰਦਰ ਦੀਪਾ ਜੀ ਮੌਜੂਦ ਨੇ, ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਅਸ਼ਵਨੀ ਸੇਖੜੀ ਸਾਹਿਬ ਬੁਲਾਰ ਨੇ ਪੰਜਾਬ ਕਾਂਗਰਸ ਦੇ, ਨੀਲ ਗਰਗ ਸਾਹਿਬ ਬੁਲਾਰ ਨੇ ਆਮ ਆਦਮੀ ਪਾਰਟੀ ਦੇ, ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ, ਦਵਿੰਦਰ ਸਿੰਘ ਪੁਨੀਆ ਸਾਹਿਬ ਸੂਬਾ ਪ੍ਰਧਾਨ ਨੇ ਡੈਮੋਕ੍ਰੈਟਿਕ ਟੀਚਰਸ ਫਰੰਟ ਪੰਜਾਬ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਅੱਗੇ ਵਧਣ ਤੋਂ ਪਹਿਲਾਂ ਕੁਝ ਵੀਡੀਓਜ਼ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਉਹ ਵੀਡੀਓ ਕਿਉਂਕਿ ਇਹ ਮਸਲਾ ਕੋਈ ਅੱਜ ਦਾ ਨਹੀਂ ਹੈ। ਲਗਾਤਾਰ ਜਦੋਂ ਤੋਂ ਸਰਕਾਰ ਆਈ ਹੈ ਕਾਂਗਰਸ ਪਾਰਟੀ ਦੀ, ਵਿਰੋਧੀ ਧਿਰਾਂ ਕਹਿੰਦੀਆਂ ਨੇ ਉਦੋਂ ਤੋਂ ਹੀ ਇਹਨਾਂ ਨੇ ਬੰਦੇ ਨੂੰ ਬੰਦਾ ਨਹੀਂ ਸਮਝਿਆ। ਭਾਵੇਂ ਉਹ ਪਬਲਿਕ ਹੋਵੇ, ਪਬਲਿਕ ਸਰਵੈਂਟ ਹੋਵੇ, ਅਫਸਰ ਹੋਵੇ, ਕਿਸੇ ਨੂੰ ਕੁਝ ਨਹੀਂ ਸਮਝਦੇ। ਇਹ ਵੀਡੀਓਜ਼ ਦੇਖੋ ਪਹਿਲਾਂ। कार मैं भावे 2000 नहीं 2500 बनवानी मैं बनवा सकता। आज सरकार मैं बना दूंगा। ये ऑनलाइन नीति हुई तो मैं बनवा के दूंगा। साडा मंत्री साडी सरकार ते कार ऑनलाइन ना हो जाणगे ताया जी। मैं मुंडे नु हौलदार बनाउंदा वाला नहीं कीता। हां ए भावे तू अंदर तू आ गया ने नाराज मारी साहब इनु किधर आ जा हां ए भावे तू अंदर तू आ गया ने नाराज मारी साहब इनु किधर आ जा ਤੁਸੀਂ ਚਲੇ ਜਾਓ ਇੱਕ ਫੰਕਸ਼ਨ ਜੇ 1 ਵਜੇ ਕਿਹਾ ਸੀ ਤੇ ਉਹਨਾਂ ਨਾਲ ਆਪ ਕਰੋ। ਆਪ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ। ਨਹੀਂ ਪਤਾ ਤਾਂ ਤੁਸੀਂ ਪਤਾ ਰੱਖਿਆ ਕਰੋ ਜੀ, ਫਿਰ ਆਉਣ ਦੀ ਨਹੀਂ ਲੋੜ ਤੁਹਾਨੂੰ। ਇਸ ਕਰਕੇ ਹੀ ਆਏ ਹੋ ਨਾ ਕਿ ਇੱਥੇ ਮਿਨਿਸਟਰ ਬੈਠਾ, ਇਸ ਕਰਕੇ ਸੱਦਿਆ ਗਿਆ ਤੁਹਾਨੂੰ। ਹੁਣ ਨਹੀਂ ਆਉਣਾ, ਜਾਓ ਪਲੀਜ਼। ਅੱਜ ਤੁਸੀਂ ਆਪਣੇ ਬੰਦਿਆਂ ਨੂੰ ਇੱਥੇ ਤੰਗ ਕਰਨ ਲੱਗ ਗਏ, ਕੀ ਗੱਲ ਹੈ? सर मैं उन्हें बड़े प्यार नाल कहा मैं डॉक्यूमेंट दे दे। उस तो मैंने कहा तू कौन हुनी डॉक्यूमेंट मंगन वाली? फिर मैं एसएचओ लगी है, कोई तो बेइज्जती करवाने वास्ते ही लगी हुई है। फिर टाइम ਐਸਐਚਓ ਲੱਗੀ ਕੋਈ ਰੱਬ ਤਾਂ ਨਹੀਂ ਲੱਗੀ ਤੂੰ। तो सर पर मैं ਗੱਲ ਹੈ सर लैंग्वेज प्लीज माइंड योर लैंग्वेज बात करो। ਗੱਲ ਕਰਾਈ ਜਾਂਦਾ ਵੀ ਗੱਲ ਕਰਦੇ ਤੂੰ ਗੱਲ ਨਹੀਂ ਕਰਦੀ। सर प्लीज सर अभी लैंग्वेज यूज कर दो, उससे की गल करो। गल मैं तो नहीं करके गल करनी, फिर मैंने उससे की गल करो। ਇੱਥੇ ਮੇਰੀ ਮੈਂ ਕੰਮ ਚੱਲਣ ਦੇਣਾ ਆ ਪਰ ਜੁੱਲੀ ਵੀ ਪ੍ਰਬੰਧ ਰੱਖ ਤੈਨੂੰ सर ਪਜਾਇਆ। सर ठीक है पजा दो, कोई नहीं। ਤੁਹਾਡੇ ਬੇਟੀ ਘਰ ਤੋਂ ਵੀ ਮੈਂ ਵੀ ਰਹਿ ਪਈ, ਤੁਹਾਡੇ ਘਰ ਤੋਂ ਤੁਸੀਂ ਰੱਖ। ਸੋ ਇਹ ਸਾਡੇ ਸਨਮਾਨਯੋਗ ਕੁਝ ਮਿਨਿਸਟਰ ਸਾਹਿਬਾਨ, ਕੁਝ ਵਿਧਾਇਕ ਸਾਹਿਬਾਨ ਨੇ ਜਿਨ੍ਹਾਂ ਦੇ ਜ਼ੁਬਾਨ ਦੇ ਵਿੱਚੋਂ ਕੁਝ ਅਜਿਹੇ ਲਫ਼ਜ਼ ਨਿਕਲੇ ਨੇ ਜਿਸ ਦੇ ਨਾਲ ਬੜੇ ਸਾਰੇ ਲੋਕਾਂ ਨੂੰ ਤਕਲੀਫ ਹੋਈ ਹੈ। ਤਕਲੀਫ ਇਸ ਕਰਕੇ ਵੱਧ ਹੋਈ ਹੈ ਕਿ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਅਨੁਸ਼ਾਸਨੀ ਕਮੇਟੀ ਕਹਿੰਦੇ ਨੇ ਕਿ ਹਰ ਪਾਰਟੀ ਦੇ ਵਿੱਚ ਬਣੀ ਹੁੰਦੀ ਹੈ, ਤਾਂ ਉਹ ਕਾਰਵਾਈ ਕਿਉਂ ਨਹੀਂ ਕਰਦੀ? ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਸੇਖੜੀ ਸਾਹਿਬ ਤੋਂ ਹੀ ਕਰ ਲੈਂਦੇ ਹਾਂ। ਸੇਖੜੀ ਸਾਹਿਬ, ਤੁਸੀਂ ਵੀਡੀਓ ਤਾਂ ਨਹੀਂ ਦੇਖ ਪਾਏ ਹੋਵੋਗੇ ਪਰ ਆਡੀਓ ਤਾਂ ਤੁਸੀਂ ਘੱਟੋ ਘੱਟ ਸੁਣੀ ਲਈਆਂ ਹੋਣੀਆਂ ਔਰ ਜਾਣੀਆਂ ਪਛਾਣੀਆਂ ਸਾਰੀਆਂ ਆਡੀਓਜ਼ ਨੇ। ਇਹ ਕੋਈ ਨਵੀਂ ਆਡੀਓ ਨਹੀਂ ਹੈਗੀ ਹੈ, ਸਾਰੀਆਂ ਜਾਣੀਆਂ ਪਛਾਣੀਆਂ ਆਡੀਓਜ਼ ਨੇ। ਇੱਕ ਤੋਂ ਬਾਅਦ ਇੱਕ ਅਜਿਹੇ ਬਿਆਨ ਆਣੇ, ਹੁਣੇ ਸਿੱਖਿਆ ਮੰਤਰੀ ਸਾਹਿਬ ਦੀ ਅਜਿਹੀ ਸ਼ਬਦਾਵਲੀ ਜਿਹੜੀ ਅਸੀਂ ਚਲਾ ਵੀ ਨਹੀਂ ਸਕਦੇ, ਨਾ ਅਸੀਂ ਸੁਣਾ ਸਕਦੇ ਹਾਂ ਪੂਰੀ ਤਰ੍ਹਾਂ ਉਹ ਕੀ ਬੋਲਦੇ ਨੇ। ਇਹ ਅਜਿਹਾ ਹੁੰਦਾ ਕਿਉਂ ਹੈ? ਇਹ ਸੱਤਾ ਦਾ ਨਸ਼ਾ ਹੈ ਜਾਂ ਵੇਗ ਦੇ ਵਿੱਚ ਵਹਿ ਕੇ ਕਈ ਵਾਰ ਮੂੰਹ ਚੋਂ ਨਿਕਲ ਜਾਂਦਾ? ਹਰਪ੍ਰੀਤ ਜੀ, ਇਸ ਤਰ੍ਹਾਂ ਹੈ ਕਿ ਜਿਹੜੇ ਸਾਡੇ ਮਿਨਿਸਟਰਸ ਹੈ ਜਾਂ ਐਮਐਲਏਜ਼ ਨੇ ਕਿਸੇ ਵੀ ਪਾਰਟੀ ਦੇ ਹੋਣ ਜੀ, ਆਫਟਰ ਆਲ ਤਾਂ ਸਾਡੇ ਸਮਾਜ ਦੇ ਹੀ ਹਿੱਸਾ ਹਨ। ਹੁਣ ਪੋਲੀਟੀਸ਼ੀਅਨ ਜਿਹੜਾ ਇਲੈਕਟਿਡ ਰਿਪਰੈਜ਼ੈਂਟੇਟਿਵ ਹੈ, ਉਹਦੇ ਤੇ ਜਨਤਾ ਦਾ ਪ੍ਰੈਸ਼ਰ ਹੁੰਦਾ ਹੈ
ਜਨਤਾ ਦੇ ਕੰਮ ਲੈ ਕੇ ਜਦੋਂ ਕਿਸੇ ਅਫਸਰ ਨਾਲ ਗੱਲ ਕਰਦਾ ਹੈ, ਅਫਸਰ ਉਹ ਆਪਣੀ ਅਫਸਰੀ ਝਾੜਦਾ ਹੈ, ਤੇ ਇਧਰੋਂ ਜਨਤਾ ਦਾ ਪ੍ਰੈਸ਼ਰ ਹੁੰਦਾ ਹੈ, ਉਧਰ ਅਫਸਰ ਜਿਹੜਾ ਕਹਿਣਾ ਨਹੀਂ ਮੰਨਦਾ, ਤੇ ਫਿਰ ਜਿਹੜਾ ਪੋਲੀਟੀਸ਼ੀਅਨ ਹੈ ਕਿਸੇ ਵੀ ਪਾਰਟੀ ਦਾ ਚਾਹੇ ਹੋਵੇ, ਅਲਟੀਮੇਟਲੀ ਉਹ ਫਿਰ ਗੁੱਸੇ 'ਚ ਤਾਂ ਆਉਂਦਾ ਹੀ ਹੈ। ਵੈਸੇ ਤੁਸੀਂ ਜਿੰਨਾ ਦੋ ਲੀਡਰਸ ਦੀ ਗੱਲ ਕਰ ਰਹੇ ਹੋ, ਮੈਂ ਪਰਸਨਲੀ ਜਾਣਦਾ ਮਿਸਟਰ ਆਸ਼ੂ ਨੂੰ ਔਰ ਮਿਸਟਰ ਸਿੰਗਲਾ ਨੂੰ, ਦੇ ਆਰ ਵੈਰੀ ਸੌਫਟ ਸਪੋਕਨ, ਬੜੇ ਸ਼ਾਂਤ ਸੁਭਾਅ ਦੇ ਨੇ ਔਰ ਸ਼ਾਂਤ ਹੀ ਰਹਿੰਦੇ ਨੇ, ਕਦੀ ਕਿਸੇ ਨਾਲ ਗੁੱਸਾ ਨਹੀਂ ਕਰਦੇ। ਇਹ ਵੀਡੀਓ ਪਰ fake ਤੁਸੀਂ ਨੇ? ਇਮੇਜਿਨ ਕਰੋ ਇਹ ਵੀਡੀਓ ਕਿ fake ਨੇ ਕਿੰਨਾ ਫਿਰ? ਕਿ ਪ੍ਰੈਸ਼ਰ ਸਿੰਗਲਾ ਸਾਹਿਬ ਲੋਕਾਂ ਦਾ ਇਹ fake ਹੋਏਗਾ ਵੀਡੀਓ ਹੈ? ਕੰਮ ਕਰਵਾਉਣ ਦੇ ਲਈ, ਜਨਤਾ ਦੇ ਕੰਮਾਂ ਲਈ। ਜਦੋਂ ਅਫਸਰਾਂ ਨੂੰ ਕਹਿੰਦੇ ਔਰ ਅਫਸਰ ਜਿਹੜੇ ਨੇ ਫਿਰ ਉਹ ਗੱਲ ਨਹੀਂ ਸੁਣਦੇ, ਤੇ ਫਿਰ ਇਹ ਤੁਹਾਡੇ ਸਾਹਮਣੇ ਗੱਲ ਆਉਂਦੀ ਹੈ ਕਿ ਕਿਤੇ ਨਾ ਕਿਸੇ ਵੇਲੇ ਫਰਸਟ੍ਰੇਸ਼ਨ ਹੋ ਜਾਂਦੀ ਹੈ। ਬਟ ਐਟ ਦੀ ਸੇਮ ਟਾਈਮ ਇਹ ਗੱਲ ਜਿਹੜੀ ਹੈ ਕਿਸੇ ਇੱਕ ਪਾਰਟੀ ਤੇ ਨਹੀਂ ਲਾ ਸਕਦੇ, ਸਾਰੀਆਂ ਪਾਰਟੀਆਂ 'ਚ ਇਹ ਕੁਝ ਹੁੰਦਾ ਹੈ। ਪਿਛਲੀ ਵਾਰੀ ਹਰਪ੍ਰੀਤ ਜੀ, ਮੈਨੂੰ ਧਿਆਨ ਹੈ, ਬਾਅਦ 2012 ਤੋਂ 2017 ਤੱਕ ਦਾ ਇੱਕ ਇਨਸੀਡੈਂਟ ਦੱਸਣਾ ਚਾਹੁੰਦਾ ਹੈ ਜੀ, ਤੁਹਾਡੇ ਪੀਟੀਸੀ ਚੈਨਲ ਦੇ ਥਰੂ ਸਾਰੀ ਜਨਤਾ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ ਜੀ, ਕਿ ਇੱਕ ਅਫਸਰ ਸੀਗਾ ਜਿਹੜਾ ਕਿ ਅਕਾਲੀ ਐਮਐਲਏ ਦਾ ਕੰਮ ਨਹੀਂ ਸੀ ਕਰਦਾ। ਇਹ ਦੋ ਐਮਐਲਏ ਬਾਦਲ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ ਸ਼ਿਕਾਇਤ ਲਾ ਕੇ ਥੱਕ ਗਏ, ਪਰ ਉਹ ਅਫਸਰ ਸੁਧਰਿਆ ਨਹੀਂ। ਇੱਕ ਦਿਨ ਇਹਨਾਂ ਦੋਨਾਂ ਨੇ ਕੁੰਡੀ ਮਾਰ ਲਈ ਜਾ ਕੇ ਉਸ ਕਮਰੇ 'ਚ, ਔਰ ਉਹਨੂੰ ਅਫਸਰ ਨੂੰ ਕਿਹਾ ਚੰਗਾ ਹੁਣ ਸਿੱਧੇ ਹੋ, ਜਾਂ ਤੂੰ ਹੈ ਨਹੀਂ ਜਾਂ ਅਸੀਂ ਹੈ ਨਹੀਂ, ਤੇ ਲੜਾਈ ਪੂਰੀ। ਫਿਰ ਅਲਟੀਮੇਟਲੀ ਜਦੋਂ ਉਹਨਾਂ ਦੋਨਾਂ ਮਾਰਸ਼ਲ ਟਾਈਪ ਐਮਐਲਏ ਨੇ, ਅਕਾਲੀ ਐਮਐਲਏ ਨੇ ਆਪਣਾ ਰੂਪ ਦਿਖਾਇਆ, ਤੇ ਫਿਰ ਅਫਸਰ ਨੇ ਸਾਰੇ ਕੰਮ ਕੀਤੇ। ਤਾਂ ਮਤਲਬ ਇਹ ਹੈ ਕਿ ਕੰਮ ਉਹਨਾਂ ਦੇ ਆਪਣੇ ਥੋੜਾ ਸੀ, ਕੰਮ ਤੇ ਲੋਕਾਂ ਦੇ ਸੀਗੇ। ਅੱਛਾ, ਚਲੋ ਹੁਣ ਇੱਕ ਕਰਕੇ ਜਵਾਬ ਲੈ ਲਿਓ। ਸੋ ਇਹ ਜਿਹੜੀ ਹੈ ਜਨਤਾ ਦਾ ਪ੍ਰੈਸ਼ਰ ਹੈ, ਨੰਬਰ 2 ਜਿਹੜਾ ਸਿੰਗਲਾ ਸਾਹਿਬ ਤੋਂ ਹੀ ਕਰ ਲੈਣੇ ਆ। ਸਿੰਗਲਾ ਸਾਹਿਬ ਨੇ ਕਿਹੜਾ ਅਜਿਹਾ ਹਾਂਜੀ। ਪੁਲਿਸ ਵਾਲੇ ਤੋਂ ਜਾਂ ਟੀਚਰਾਂ ਤੋਂ ਕੰਮ ਕਰਾਉਣਾ ਸੀ ਜਿਹੜੇ ਟੀਚਰ ਕੰਮ ਨਹੀਂ ਕਰ ਰਹੇ ਸੀ, ਔਰ ਇੰਨੀ ਗੰਦੀ ਤੇ ਭੱਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਕਿ ਉਹਨਾਂ ਨੂੰ ਚੁੱਕ ਕੇ ਪਰਾਂ ਮਾਰੋ ਤੇ ਫਲਾਣਾ ਢਿਮਕਾ। ਹੁਣ ਮੈਨੂੰ ਇਸ ਪੂਰੇ ਘਟਨਾਕ੍ਰਮ 'ਚ ਕਿਹੜਾ ਅਫਸਰ ਸੀਗਾ ਜਿਸ ਤੋਂ ਉਹਨਾਂ ਨੇ ਕੰਮ ਲੈਣਾ ਸੀ, ਜਾਂ ਕਿਹੜੇ ਟੀਚਰ ਸੀ ਜਿਨ੍ਹਾਂ ਨੂੰ ਤਰਲੇ ਕਰ ਥੱਕ ਗਏ ਕਿ ਤੁਸੀਂ ਸਕੂਲਾਂ 'ਚ ਜਾਓ, ਸਕੂਲਾਂ 'ਚ ਨਹੀਂ ਗਏ ਤੇ ਤਾਂ ਜਾ ਕੇ ਮੰਦੀ ਸ਼ਬਦਾਵਲੀ ਵਰਤਣੀ ਪਈ? ਹਰਪ੍ਰੀਤ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਡਿਪਾਰਟਮੈਂਟ ਆਫ ਐਜੂਕੇਸ਼ਨ ਪਿਛਲੇ ਜਿਹੜੇ 60-65 ਸਾਲ ਜਿਹੜਾ ਮੈਂ ਦੇਖਿਆ ਹੈ ਕਿ ਮਿਨਿਸਟਰ ਔਰ ਜਿਹੜੇ ਸਾਡੇ ਮੁਲਾਜ਼ਮ ਜਥੇਬੰਦੀਆਂ, ਇਹਨਾਂ ਦਾ ਆਪਸ ਵਿੱਚ ਤਕਰਾਰ ਰਹਿੰਦਾ ਜੀ। ਤਕਰਾਰ ਰਹਿੰਦਾ ਸੀਗਾ ਕਿ ਮੁਲਾਜ਼ਮ ਜਥੇਬੰਦੀਆਂ ਆਪਣੇ ਟੀਚਰਾਂ ਵਾਸਤੇ ਫੈਸਿਲਿਟੀ ਮੰਗਦੀਆਂ ਸੀ, ਸਰਕਾਰ ਕੋ ਦੇਣ ਨੂੰ ਉਹਨੇ ਪੈਸੇ ਨਹੀਂ ਸੀ ਹੁੰਦੇ। ਬਟ ਜਿਹੜਾ ਮੇਜਰ ਕੰਮ ਸੀਗਾ ਇਹਨਾਂ ਦੀ ਟਰਾਂਸਫਰਾਂ ਦਾ ਜਿਹੜਾ ਚੱਕਰ ਸੀਗਾ ਕਿ ਵਿਚਾਰੇ ਟੀਚਰਸ ਨੂੰ ਜਾ ਕੇ ਚੰਡੀਗੜ੍ਹ ਧੱਕੇ ਖਾਣੇ ਪੈਂਦੇ ਸੀ ਅਫਸਰਾਂ ਕੋਲ, ਕਈ ਵਾਰੀ ਮੰਤਰੀਆਂ ਕੋਲ ਜਾਣਾ ਪੈਂਦਾ ਸੀ, ਐਮਐਲਏ ਕੋਲ ਜਾਣਾ ਪੈਂਦਾ ਸੀ। ਐਜੂਕੇਸ਼ਨ ਦੀ ਟਰਾਂਸਫਰ ਦੀ ਪਾਲਿਸੀ ਸਿੰਗਲਾ ਸਾਹਿਬ ਨੇ ਇੰਪਲੀਮੈਂਟ ਕੀਤੀ, ਕੈਪਟਨ ਅਮਰਿੰਦਰ ਸਿੰਘ ਨੇ ਇੰਪਲੀਮੈਂਟ ਕੀਤੀ। ਅੱਜ ਕਿਤੇ ਕੋਲ ਜਾਣ ਦੀ ਲੋੜ ਨਹੀਂ, ਆਨਲਾਈਨ ਅਪਲਾਈ ਕਰੋ, ਔਰ ਉਹਨਾਂ ਨੇ ਸਿਸਟਮ ਹੀ ਬਣਾਤਾ ਕਿ ਕਿਤੇ ਜਲੀਲ ਹੋਣ ਦੀ ਲੋੜ ਨਹੀਂ। ਸਾਰੇ ਫਿਰ ਗਾਲਾਂ ਕੱਢੀਏ, ਖੁਸ਼ ਨੇ ਇਸ ਚੀਜ਼ ਤੋਂ। ਜੇ ਤਸੱਲੀ ਨਹੀਂ ਫਿਰ ਵੀ ਗਾਲਾਂ ਕੱਢੀਏ। ਨੰਬਰ 2 ਫਿਰ ਗਾਲਾਂ ਕੱਢੀਏ। ਮਿਸਟਰ ਸਿੰਗਲਾ ਨੇ ਮੁਲਾਜ਼ਮ ਜਥੇਬੰਦੀਆਂ ਦੀ ਗੱਲ ਕਈ ਵਾਰੀ ਸੁਣੀ, ਕਈ ਵਾਰੀ ਟਾਈਮ ਦਿੱਤਾ, ਕਈ ਘੰਟੇ ਉਹਨਾਂ ਨੇ ਡਿਸਕਸ਼ਨ ਕੀਤੀ। ਡਿਸਕਸ਼ਨ ਕਰਨ ਤੋਂ ਬਾਅਦ ਸੋਲੂਸ਼ਨ ਕੱਢਿਆ, ਤੇ ਫੇਰ ਵੀ ਉਹਦੇ ਖਿਲਾਫ ਅਗਰ ਐਜੀਟੇਸ਼ਨ ਹੁੰਦੀ ਹੈ ਤੇ ਕੋਈ ਬੰਦਾ ਆਫਟਰ ਇਨਸਾਨ ਹੀ ਹੈ। ਠੀਕ ਹੈ, ਮਤਲਬ ਮੈਂ ਹੁਣ ਇਹਦੇ ਘੰਟੇ ਲਾ ਕੇ ਆਇਆ, ਗੱਲ ਸੁਣ ਕੇ ਫੇਰ ਮੇਰੇ ਖਿਲਾਫ। ਚਲੋ ਮੈਨੂੰ ਸਾਰੀਆਂ ਗੱਲਾਂ ਜੋ ਸਿੰਗਲਾ ਸਾਹਿਬ ਨੇ ਗਾਲਾਂ ਕੱਢੀਆਂ ਉਹਨੂੰ ਜਸਟੀਫਾਈਡ ਕਰਦੇ ਹੋ ਕਿ ਇਹਨਾਂ ਨੇ ਸਿੰਗਲਾ ਸਾਹਿਬ ਦਾ ਕਹਿਣਾ ਨਹੀਂ ਮੰਨਿਆ, ਇਸ ਕਰਕੇ ਉਹਨਾਂ ਨੇ ਗਾਲਾਂ ਕੱਢਤੀ? ਦੇਖੋ ਮੇਰੀ ਗੱਲ ਸੁਣੋ, ਜਸਟੀਫਿਕੇਸ਼ਨ ਕਿਸੇ ਤਰ੍ਹਾਂ ਦੀ ਵੀ ਕਿਸੇ ਚੀਜ਼ 'ਚ ਨਹੀਂ ਹੈ। ਗੁੱਸਾ ਜਿਹੜਾ ਵਾ ਉਹ ਚੰਡਾਲ ਦਾ ਰੂਪ ਹੈ, ਗੁੱਸਾ ਜਿਹੜਾ ਵਾ ਸਹੀ ਨਹੀਂ ਹੈ। ਮੈਂ ਸਮਝਦਾ ਕਿਸੇ ਵੀ ਮਿਨਿਸਟਰ ਨੂੰ ਜਾਂ ਕਿਸੇ ਅਫਸਰ ਨੂੰ ਜਾਂ ਕਿਸੇ ਲੀਡਰ ਨੂੰ ਗੁੱਸੇ 'ਚ ਆ ਕੇ ਕੋਈ ਐਸੀ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਕਿ ਜਨਤਾ ਦੀ ਸ਼ਾਨ ਦੇ ਖਿਲਾਫ ਹੋਏ। ਪਰ ਐਟ ਦੀ ਸੇਮ ਟਾਈਮ ਮੈਂ ਇਹ ਵੀ ਕਹਿਣਾ ਚਾਹੁੰਦਾ ਹਰਪ੍ਰੀਤ ਜੀ, ਇਨਸਾਨ ਆਖਿਰ ਇਨਸਾਨ ਹੈ, ਲੀਡਰ ਵੀ ਸਾਡੇ ਵਰਗੇ ਬੰਦੇ ਨੇ। ਚਲੋ ਜਵਾਬ ਲੈ ਲਾ। ਮੈਂ ਜਨਤਾ ਦੇ ਲੋਕ ਨਹੀਂ ਗੁੱਸਾ ਖਾਂਦੇ। ਮੈਂ ਜਵਾਬ ਲੈ ਲੈਣਾ। ਹਾਂਜੀ ਪੁਨੀਆ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰਦਾ ਕਿਉਂਕਿ ਲਿੰਕ ਤੁਹਾਡੇ ਨਾਲ ਹੀ ਜੁੜਦਾ ਨਜ਼ਰ ਆ ਰਿਹਾ ਕਿ ਬੜੇ ਵਾਰੀ ਇਹ ਅਜਿਹਾ ਹੁੰਦਾ ਹੈ ਕਿ ਪ੍ਰੈਸ਼ਰ ਬਹੁਤ ਹੁੰਦਾ, ਜਿਵੇਂ ਇਹਨਾਂ ਨੇ ਕਿਹਾ ਕਿ ਜਨਤਾ ਦਾ ਪ੍ਰੈਸ਼ਰ ਹੈ, ਦੂਜੇ ਪਾਸੇ ਅਫਸਰ ਕੋਈ ਕਹਿਣਾ ਨਹੀਂ ਮੰਨਦੇ। ਅਜਿਹੇ ਦੇ ਵਿੱਚ ਕਈ ਵਾਰੀ ਗੁੱਸਾ ਆ ਜਾਂਦਾ, ਲੀਡਰ ਸਾਹਿਬਾਨ ਬੋਲ ਪੈਂਦੇ ਨੇ। ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ, ਤੁਹਾਡੀ ਟਰਾਂਸਫਰ ਨੀਤੀ ਉਹਨਾਂ ਨੇ ਮੰਨ ਲਈ, ਤੁਹਾਡੀਆਂ ਤਨਖਾਹਾਂ ਦਾ ਸਾਰਾ ਸਿਸਟਮ ਉਹਨਾਂ ਨੇ ਮੰਨ ਲਿਆ, ਤੁਸੀਂ ਫਿਰ ਵੀ ਸੜਕਾਂ ਤੇ ਬੈਠੇ ਹੋ, ਫਿਰ ਮਿਨਿਸਟਰ ਗੁੱਸਾ ਖਾਏਗਾ ਹੀ ਖਾਏਗਾ? ਦੇਖੋ ਜੀ, ਪਹਿਲਾਂ ਤਾਂ ਮੈਨੂੰ ਅਫਸੋਸ ਹੈ ਕਿ ਐਡੇ ਜ਼ਿੰਮੇਵਾਰ ਸੇਖੜੀ ਸਾਹਿਬ ਹੋ ਕੇ ਜਸਟੀਫਾਈ ਕਰ ਰਿਹਾ ਕਿ ਗੁੱਸਾ ਆ ਜਾਂਦਾ ਤੇ ਇਸ ਤਰ੍ਹਾਂ ਹੋ ਜਾਂਦਾ ਤੇ ਦੂਜੇ ਵੀ ਕਰਦੇ ਆ। ਮਤਲਬ ਇਹ ਹੈ ਕਿ ਜੇ ਦੂਜੇ ਗੁੰਡਾਗਰਦੀ ਬਦਮਾਸ਼ੀ ਕਰਦੇ ਆ ਤਾਂ ਅਸੀਂ ਵੀ ਕਰਾਂਗੇ। ਇਹਨਾਂ ਦੀ ਜਾਇਜ਼ ਠਹਿਰਾਉਣ ਦੀ ਅਪਰੋਚ ਹੈ। ਦੂਸਰਾ ਹੈਗਾ ਕਿ ਬਿਲਕੁਲ ਗਲਤ ਕਹਿ ਰਹੇ ਹੋ ਤੁਸੀਂ। ਚਲੋ ਜੀ, ਮੈਨੂੰ ਬੋਲਣ ਦਿਓ, ਮੈਨੂੰ ਬੋਲਣ ਦਿਓ। ਆਪਣੇ ਪਰਿਵਾਰ 'ਚ ਤੁਸੀਂ ਰਹਿੰਦੇ ਹੋ, ਘਰ ਤੁਸੀਂ ਦੇਖੋ ਜਿਹੜਾ ਬੰਦਾ ਪਲੀਜ਼ ਮੇਰਾ ਟਾਈਮ ਹੈ ਪਲੀਜ਼, ਚੰਗਾ ਨਹੀਂ ਲੱਗਦਾ, ਅੱਛਾ ਨਹੀਂ ਲੱਗਦਾ, ਮੇਰਾ ਟਾਈਮ ਹੈ। ਤੁਹਾਡੇ ਟਾਈਮ ਤੇ ਮੈਂ ਦੱਸ ਰਿਹਾ ਤੁਸੀਂ ਇਹ ਗੱਲ ਤੱਕ ਕਰੋ ਜੇ ਤੁਸੀਂ ਆਪਣੇ ਘਰ 'ਚ ਕਦੀ ਗੁੱਸਾ ਨਹੀਂ ਖਾਂਦਾ। ਨਹੀਂ ਅਸੀਂ ਨਹੀਂ ਬੋਲੇ ਹੈਗੇ, ਤੁਸੀਂ ਗੁੱਸਾ ਨਹੀਂ ਖਾਂਦਾ ਕਿਆ?
ਤੁਹਾਨੂੰ ਆਉਂਦਾ ਠੀਕ ਹੈ ਜੀ, ਤੁਹਾਨੂੰ ਜ਼ਿਆਦਾ ਆਉਂਦਾ ਠੀਕ ਹੈ, ਇੱਕ ਮਿੰਟ, ਓਕੇ ਇੱਕ ਮਿੰਟ, ਮੰਨ ਲਈ ਸਾਹਿਬ ਆ ਜਾਣਾ, ਗੱਲ। ਵਾਪਸ ਤੁਹਾਡੇ ਕੋਲ। ਅਸੀਂ ਹਾਂਜੀ। ਤੁਹਾਡੇ ਨਾਲ ਪੁਨੀਆ ਸਹਿਮਤ ਸਾਹਿਬ, ਹਾਂ, ਗੱਲ ਖਤਮ ਕਰੋ। ਅਸੀਂ ਤੁਹਾਡੇ ਨਾਲ ਸਹਿਮਤ ਹਾਂ ਕਿ ਤੁਹਾਨੂੰ ਗੁੱਸਾ ਜ਼ਿਆਦਾ, ਤੇ ਲੀਡਰਾਂ ਨੂੰ ਗੁੱਸਾ ਵੋਟਾਂ ਲੈਣ ਵਾਲੇ ਵੀ ਐਵੇਂ ਆਉਣਾ ਚਾਹੀਦਾ। ਇਹ ਐਵੇਂ ਗੁੱਸਾ ਲੈ ਕੇ ਲੋਕਾਂ 'ਚ ਜਾਣ, ਠੀਕ ਹੈ, ਸਾਨੂੰ ਪਤਾ ਲੱਗੇ ਕਿ ਇਹਨਾਂ ਨੂੰ ਗੁੱਸਾ ਬਹੁਤ ਆਉਂਦਾ ਹੈ, ਲੇਕਿਨ ਸਵਾਲ ਇਹ ਹੈ, ਜ਼ਿੰਮੇਵਾਰੀ ਦਾ ਮਸਲਾ ਹੈ। ਅਧਿਆਪਕਾਂ ਦੀ ਭਰਤੀ ਹੈ, ਬੇਰੁਜ਼ਗਾਰੀ ਹੈ, ਅਧਿਆਪਕਾਂ ਦੇ ਮੰਗਾਂ ਨੇ, ਮਸਲੇ ਨੇ। ਪਿਛਲੇ ਸਾਲ ਐਜੀਟੇਸ਼ਨ ਹੋਈ ਹੈ, 4 ਮੰਤਰੀਆਂ ਨੇ ਬੈਠ ਕੇ ਸਾਡੇ ਨਾਲ ਮਾਰਚ ਦੇ ਵਿੱਚ ਸਾਰਾ ਕੁਝ ਮੰਨਿਆ ਹੈ। ਉਹ ਮੰਨਿਆ ਹੋਇਆ ਲਾਗੂ ਕਿਉਂ ਨਹੀਂ ਹੋਇਆ? ਔਰ ਦੂਸਰੀ ਗੱਲ, ਜਿਹੜੀ ਟਰਾਂਸਫਰ ਪਾਲਿਸੀ ਹੈ ਜੀ, ਪਿਛਲੇ ਸਾਲ ਸਾਡੇ ਨਾਲ ਸਹਿਮਤੀ ਹੋਈ ਹੈ, ਜਿਹੜੀ ਅੱਜ ਲਾਗੂ ਹੋਈ ਹੈ। ਅਗਲੀ ਗੱਲ, 30 ਸਾਲਾਂ ਤੋਂ ਲੜ ਰਹੇ ਸੀ, ਜੇ ਲਾਗੂ ਵੀ ਹੋ ਗਈ ਤਾਂ ਅਹਿਸਾਨ ਸਾਡੇ ਤੇ ਨਹੀਂ ਹੈ। ਦੂਸਰੀ ਗੱਲ, ਜਿਹੜਾ ਹੈਗਾ ਕਿ ਪ੍ਰੈਸ਼ਰ ਹੈ, ਤਾਂ ਪ੍ਰੈਸ਼ਰ ਤਾਂ ਜੀ ਫਿਰ ਮੈਨੂੰ ਲੱਗਦਾ ਕਿ ਅਫਸਰਾਂ ਤੇ ਅਧਿਆਪਕਾਂ ਤੇ ਸਾਰਿਆਂ ਤੇ ਹੈ, ਪ੍ਰੈਸ਼ਰ ਕਿਸੇ ਇੱਕ ਤੇ ਨਹੀਂ ਹੋ ਸਕਦਾ ਹੈ। ਅਸੀਂ ਇਹ ਕਹਿੰਦੇ ਆ ਕਿ ਨਸ਼ੇ ਦੁਨੀਆ ਭਰ ਦੇ ਤਮਾਮ ਬਹੁਤ ਮਾੜੇ ਆ, ਤੇ 2 ਨਸ਼ੇ ਸਭ ਤੋਂ ਵੱਧ ਖਤਰਨਾਕ ਹੈ। ਇੱਕ ਰਾਜ ਦੀ ਸੱਤਾ ਦਾ ਨਸ਼ਾ ਤੇ ਦੂਸਰਾ ਫਿਰਕਾ ਪ੍ਰਸਤੀ ਦਾ, ਤੇ ਇਹ ਦੋਨੋਂ ਕੰਮ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਬਾਖੂਬੀ ਕਰਦੀਆਂ ਨੇ। ਅਸੀਂ ਇਹਨੂੰ ਨਹੀਂ ਬਰਦਾਸ਼ਤ ਕਰਾਂਗੇ, ਨਹੀਂ ਚੱਲਾਂਗੇ। ਅਧਿਆਪਕਾਂ ਦਾ ਮਾਨ ਸਨਮਾਨ ਜਿਸ ਦੇਸ਼ ਦੇ ਅੰਦਰ ਨਹੀਂ ਹੈ। ਤੁਸੀਂ ਫਿਰਕਾ ਪ੍ਰਸਤੀ ਦੀ ਗੱਲ ਕਿਸ ਤਰ੍ਹਾਂ ਕਰ ਰਹੇ ਹੋ ਕਾਂਗਰਸ ਦੇ ਉੱਤੇ? ਅਸੀਂ ਹਾਂ, ਵੀ ਨੋ ਵੈਰੀ ਵੈਲ। 84 ਇਲਜ਼ਾਮ ਲਗਾ ਰਹੇ ਹੋ। 84 ਰਾਈਟਸ ਕਿਹਦੇ ਸੀ? ਕਿਹਦੇ ਵੇਲੇ ਹੋਏ? ਅਰੇ ਤੁਸੀਂ 84 ਦੀ ਬੰਬੇ 'ਚ ਕੀ ਨਹੀਂ ਹੋਇਆ? ਕਸ਼ਮੀਰ ਨੂੰ ਅੱਗ ਕੌਣ ਨਹੀਂ ਲਾਉਂਦਾ? ਤੇ ਫਿਰ ਉਹ ਜਿਹੜੇ ਬੰਦੇ ਬਰੇ ਨੇ, ਜਿਹੜੇ ਪੰਜਾਬ ਦੇ ਵਿੱਚ ਬੱਸਾਂ ਜੋ ਲਾ ਕੇ ਮਾਰੇ ਨੇ, ਉਹਦੀ ਕੋਈ ਗੱਲ ਨਹੀਂ ਕਰਨੀ ਤੁਸੀਂ। ਦਾ ਲਾਸਟ ਬੈਟਲ ਆਫ ਇੰਦਰਾ ਗਾਂਧੀ ਪੜ੍ਹ ਕੇ ਦੇਖੋ, ਮਾਰਕ ਟੱਲੀ ਦੀ ਦਾ ਲਾਸਟ ਬੈਟਲ ਆਫ ਇੰਦਰਾ ਗਾਂਧੀ ਪੜ੍ਹ ਕੇ ਦੇਖੋ, ਪਤਾ ਲੱਗੇਗਾ ਕਿ ਆਪਾਂ ਇਸ ਮੁੱਦੇ ਤੇ ਜਾਣਦੇ ਹੋ ਰੱਬ ਦਾ ਵਾਸਤਾ, ਵਿੱਚ ਨਾ ਬੋਲੋ, ਵਿੱਚ ਰੱਬ ਦਾ ਵਾਸਤਾ ਪੰਜਾਬ ਨੂੰ ਸ਼ਾਂਤੀ 'ਚ ਰਹਿਣ ਦਿਓ। ਠੀਕ ਹੈ, ਪੰਜਾਬ ਨੂੰ ਸ਼ਾਂਤ ਰਹਿਣ ਦਿਓ, ਚੰਗੀ ਗੱਲ ਹੈ। ਸਿਆਸਤਦਾਨ ਰਹਿਣ ਦੇਣ, ਲੋਕਾਂ ਨੂੰ ਦਿੱਕਤ ਨਹੀਂ। ਇੱਕ ਮਿੰਟ ਪੁਨੀਆ ਸਾਹਿਬ, ਕਿਉਂਕਿ ਉਹ ਸਿੰਗਲਾ ਕਿਉਂਕਿ ਮੈਜੋਰਟੀ ਕਮਿਊਨਿਟੀ ਨਾਲ ਤਲਕ ਰੱਖਦਾ ਹੈ, ਇਹਦੇ ਖਿਲਾਫ ਤੁਸੀਂ ਬੋਲਣਾ ਸ਼ੁਰੂ ਕਰ ਦਿਓ। ਇਹ ਸਵਾਲ ਹੀ ਨਹੀਂ ਹੈਗਾ, ਇਹ ਮਸਲਾ ਹੀ ਨਹੀਂ। ਚਲੋ ਇੱਕ ਮਿੰਟ, ਇੱਕ ਕਰ ਕੇ ਆ ਜਾਂਦੇ ਆ। ਮੈਂ ਫਿਰਕਾ ਪ੍ਰਸਤੀ ਤੁਸੀਂ ਕਰ ਰਹੇ ਹੋ। ਪੁਨੀਆ ਸਾਹਿਬ, ਉਸ ਮਿਨਿਸਟਰ ਨੇ ਕੰਮ ਕੀਤਾ ਹੈ, ਸਰਕਾਰਾਂ ਉਸ ਮਿਨਿਸਟਰ ਨੇ ਉਹ ਪਾਲਿਸੀ ਲਿਆਂਦੀ, ਸਾਰੇ ਹਿੰਦੁਸਤਾਨ ਦੀ ਨਹੀਂ ਆਂਦੀ। ਰਾਜਨੀਤਿਕ ਬੁਰਜੀਆਂ ਪਾਰਟੀਆਂ ਕਰਦੀਆਂ ਇਹ ਕੰਮ ਸਾਰਾ। ਠੀਕ ਹੈ, ਇੱਕ ਕਰਕੇ ਜਵਾਬ ਲੈ ਲਈਏ। ਜਿਹੜਾ ਤਰਕ ਸੇਖੜੀ ਸਾਹਿਬ ਦੇ ਰਹੇ ਨੇ ਕਿ ਜਿਹੜਾ ਕੰਮ ਉਹਨਾਂ ਨੇ ਕੀਤਾ, ਜਿਸ ਵਿਭਾਗ ਦਾ ਮੰਤਰੀ ਹੋਵੇ ਔਰ ਉਸ ਵਿਭਾਗ 'ਚ ਇੰਨਾ ਉਹਨੇ ਕੰਮ ਕੀਤਾ ਹੋਵੇ, ਉਸ ਤੋਂ ਬਾਅਦ ਵੀ ਤੁਸੀਂ ਸੈਟੀਸਫਾਈਡ ਨਾ ਹੋਵੋ, ਤਾਂ ਉਹ ਕਹਿ ਰਹੇ ਕਿ ਗੁੱਸਾ ਆ ਜਾਂਦਾ। ਅਸੀਂ ਦੱਸੋ ਜੀ, ਕੀ ਭਰਤੀ ਹੋਈ ਕੋਈ? ਅਸੀਂ ਪੁੱਛਣਾ ਚਾਹੁੰਦੇ ਆ ਕਿ ਕੀ ਜਿਨ੍ਹਾਂ ਦੀਆਂ ਤਨਖਾਹਾਂ ਕੱਟੀਆਂ 42 ਹਜ਼ਾਰ ਰੁਪਏ ਲੈਂਦਿਆਂ ਦੀ ਉਹ 15,000 ਤੇ ਉੱਤੇ ਆਏ, ਕੀ ਤਨਖਾਹਾਂ ਉਹਨਾਂ ਦੀਆਂ ਪੂਰੀਆਂ ਹੋਈਆਂ? ਅਸੀਂ ਪੁੱਛਣਾ ਚਾਹੁੰਦੇ ਕਿ ਉਹਨਾਂ ਦੇ ਵਿੱਚੋਂ ਕੁਝ ਹਿੱਸਾ ਰੈਗੂਲਰ ਹੋਇਆ, ਲੇਕਿਨ ਬਾਕੀ ਵੀ ਹਾਲੇ ਲਟਕੇ ਹੋਏ ਆ, ਤੇ ਹਾਲੇ ਵੀ ਲਟਕੇ ਹੋਏ ਆ। ਇਹ ਚਾਹੇ ਉਹ ਐਸਐਸਏ ਰਮਸਾ ਦੇ ਸੀਗੇ, ਭਾਵੇਂ 51-78 ਦੇ ਸੀਗੇ, ਇਹਨਾਂ ਨੂੰ ਵਿੱਚ ਬੋਲਣਾ ਬੰਦ ਕਰੋ ਜੀ, ਅੱਛਾ ਨਹੀਂ ਲੱਗਦਾ, ਮਰਿਆਦਾ ਨਹੀਂ ਹੈਗੀ, ਇਹ ਮਰਿਆਦਾ ਨਹੀਂ ਹੈਗੀ, ਅੱਛਾ ਨਹੀਂ ਲੱਗਦਾ ਇਹ। ਹਾਂ, ਚਲੋ ਮੈਨੂੰ ਇੱਕ ਮਿੰਟ ਅੱਗੇ ਵਧਾ ਲੈਣ ਦਿਓ ਡਿਬੇਟ। ਮੈਂ ਇੱਕ ਮਿੰਟ, ਮੈਂ ਤੁਹਾਡੇ ਕੋਲ ਵਾਪਸ ਆਣਾ। ਪੁਨੀਆ ਸਾਹਿਬ, ਸੇਖੜੀ ਸਾਹਿਬ, ਦੋਵਾਂ ਕੋਲ ਕਿਰਪਾ ਕਰਕੇ 1 ਮਿੰਟ ਦੇ ਦਿਓ ਮੈਨੂੰ। ਹਾਂ, ਬੋਲੋ ਸੇਖੜੀ ਸਾਹਿਬ, ਬੋਲੋ। ਮੈਂ ਹਰਪ੍ਰੀਤ ਜੀ ਪੁੱਛਣਾ ਚਾਹੁੰਦਾ, ਇਹ ਸਾਡੇ ਮੁਲਾਜ਼ਮ ਜਥੇਬੰਦੀਆਂ ਦੇ ਲੀਡਰ ਨੇ, ਸਭ ਤੋਂ ਵਧੀਆ ਤਨਖਾਹਾਂ ਜਿਹੜੇ ਸਾਡੇ ਟੀਚਰ ਸਾਹਿਬਾਨ ਨੂੰ ਪੰਜਾਬ ਸਰਕਾਰ ਦੇ ਰਹੀ ਹੈ, ਕਿਆ ਇਹਨਾਂ ਦੇ ਬੱਚੇ ਗਵਰਨਮੈਂਟ ਸਕੂਲ 'ਚ ਪੜ੍ਹ ਰਹੇ ਨੇ? ਇਹ ਦੱਸਣ ਮੈਨੂੰ। ਚਲੋ ਇਹ ਮੁੱਦਾ ਆਪਾਂ ਥੋੜਾ ਜਿਹਾ ਉਧਰ ਹੋ ਸਾਡੇ ਬੱਚੇ ਸਕੂਲਾਂ 'ਚ ਪੜ੍ਹਨਗੇ, ਪੁੱਛ ਲੈਣਾ ਫਿਰ ਵੀ। ਸਾਡੇ ਬੱਚੇ ਸਕੂਲਾਂ 'ਚ ਪੜ੍ਹਨਗੇ ਕਿ ਨਹੀਂ ਕਰਦਾ, ਫਿਰ ਵੀ ਪੁੱਛ ਲੈਣਾ। ਸਾਡੇ ਅਧਿਆਪਕ ਪੂਰੇ ਹੋਣ, ਸਾਡੀਆਂ ਸਹੂਲਤਾਂ ਪੂਰੀਆਂ ਹੋਣ, ਸਾਡੇ ਬੱਚੇ ਪੜ੍ਹਨਗੇ, ਕਿਉਂ ਨਹੀਂ ਪੜਾਵਾਂਗੇ ਅਸੀਂ? ਇਹ ਤੁਹਾਡਾ ਕੰਮ ਆ। ਤੁਸੀਂ ਇਸ ਤਰ੍ਹਾਂ ਨਾ ਬਣਾਓ ਇਸ ਗੱਲ ਨੂੰ, ਇਹਨੂੰ ਅਸਲ ਮੁੱਦੇ ਤੇ ਰਹੋ। ਆਪਾਂ ਜਿਹੜੀ ਗੱਲ ਹੈ, ਮੈਂ ਆ ਜਾਣਾ, ਤੁਸੀਂ ਇਹ ਵਾਪਸ ਕਰੋ ਕਿ ਗਲਤੀ ਹੋਈ ਹੈ, ਲੈ ਲੈਣ ਦਿਓ। ਅਸੀਂ ਇਹ ਮੰਨੋ ਕਿ ਗਲਤੀ ਹੋਈ ਆ। ਇੱਕ ਮਿੰਟ, ਚਲੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਗੈਰ ਜ਼ਿੰਮੇਵਾਰ ਵਤੀਰਾ, ਇਹ ਗਲਤ ਹੈ, ਮਾੜੀ ਗੱਲ ਹੈ, ਇਹਦੀ ਨਿੰਦਾ ਕਰਦੇ ਆ, ਵਿਰੋਧ ਕਰਦੇ ਆ, ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਦੇ ਅਧਿਆਪਕ ਬਰਦਾਸਤ ਨਹੀਂ ਕਰਨਗੇ, ਗਲਤ ਗੱਲ ਹੈ, ਬਹੁਤ ਮਾੜੀ ਗੱਲ ਹੈ। ਸੇਖੜੀ ਸਾਹਿਬ ਇੱਕ ਮਿੰਟ, ਗੱਲ ਸੁਣੋ, ਸੇਖੜੀ ਸਾਹਿਬ ਮੰਨਣੀ ਚਾਹੀਦੀ ਹੈ। ਜਿੱਥੇ ਟੀਚਰ ਪੜ੍ਹਾਉਣ ਜਾਂਦਾ, ਇਸ ਨੂੰ ਮਹਿਸੂਸ ਕਰਨਾ ਚਾਹੀਦਾ। ਠੀਕ ਹੈ, ਜੋ ਮੰਗਦਾ ਟੀਚਰ, ਚਲੋ ਆਪਾਂ ਉਸ ਤੇ ਵਾਪਸ ਆ ਜਾਵਾਂਗੇ। ਇਸ ਨੂੰ ਮਹਿਸੂਸ ਕਰਨਾ ਚਾਹੀਦਾ, ਉਹਨੂੰ ਮੰਨਣਾ ਚਾਹੀਦਾ। ਮੈਂ ਰਿਐਕਸ਼ਨ ਲੈ ਲਵਾਂ। ਰਜਿੰਦਰ ਦੀਪਾ ਜੀ, ਤੁਸੀਂ ਵੀ ਸਿਆਸਤਦਾਨ ਹੋ, ਸਿਆਸਤਦਾਨਾਂ ਦੇ ਨਾਲ ਰਹਿੰਦੇ ਰਹੇ ਹੋ ਔਰ ਮੰਤਰੀਆਂ ਦੇ ਨਾਲ ਵੀ ਰਹਿੰਦੇ ਰਹੇ ਹੋ, ਕਿ ਵਾਕਈ ਮੰਤਰੀ ਸਾਹਿਬਾਨਾਂ ਤੇ ਕਦੇ ਇੰਨਾ ਵੀ ਪ੍ਰੈਸ਼ਰ ਆ ਜਾਂਦਾ ਕਿ ਤੁਸੀਂ ਪਬਲਿਕਲੀ ਗਾਲਾਂ ਵੀ ਕੱਢਣ ਲੱਗ ਜਾਓ, ਜਾਂ ਕਿਸੇ ਅਫਸਰ ਨੂੰ, ਜਿਵੇਂ ਆਪਾਂ ਡੀਐਸਪੀ ਦੇ ਨਾਲ ਫੋਨ ਕਾਲ ਤੇ ਦੇਖੀ ਹੈ ਗੱਲ, ਆਸ਼ੂ ਜੀ ਨੇ ਕਿਵੇਂ ਉਹਦੇ ਨਾਲ ਗੱਲ ਕੀਤੀ ਹੈ, ਕਿ ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਨਾਰਮਲ ਬਿਹੇਵ ਹੈ? ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਇੰਨਾ ਮੰਤਰੀਆਂ ਤੇ ਜਾਂ ਪ੍ਰੈਸ਼ਰ ਆ ਜਾਂਦਾ। ਪ੍ਰੈਸ਼ਰ ਤਾਂ ਕੋਈ ਬਿਜ਼ਨਸਮੈਨ ਵੀ ਆਪਦੇ ਬਿਜ਼ਨਸ ਕਰਦਾ, ਕੋਈ ਵੀ ਕਿਸੇ ਵੀ ਕਿੱਤੇ 'ਚ ਹੈ, ਪ੍ਰੈਸ਼ਰ ਤਾਂ ਅੱਜਕੱਲ ਸਾਰਿਆਂ ਤੇ ਹੀ ਹੈ, ਸਭ ਨੂੰ ਟੈਨਸ਼ਨਸ ਹੈ, ਪਰ ਇਹ ਗੱਲ ਆਪਣੀ ਨੇਚਰ ਹੁੰਦੀ ਹੈ।
ਕਿਸੇ ਵੀ ਇਨਸਾਨ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਨੇਚਰ ਹੁੰਦੀ ਹੈ, ਉਹ ਨੇਚਰ ਜੇ ਉਹ ਉਹਨਾਂ ਵੀ ਦੀ ਉਦੋਂ ਗੁੱਸੇ ਜਦੋਂ ਵਾਲੀ ਹੈ। ਤੁਸੀਂ ਇੱਕ ਜ਼ਿੰਮੇਵਾਰ ਕੁਰਸੀ ਤੇ ਬੈਠੇ ਹੋ। ਹਾਂ, ਜ਼ਿੰਮੇਵਾਰੀ ਕੁਰਸੀ, ਇਹ ਤਾਂ ਚਲੋ ਮੰਤਰੀ ਹੈ ਜਾਂ ਐਮਐਲਏ ਦੀ ਗੱਲ ਕਰ ਰਹੇ ਹਾਂ। ਮੈਂ ਗੱਲ ਕਰਾਂ ਪ੍ਰਕਾਸ਼ ਸਿੰਘ ਬਾਦਲ ਸ਼ਾਇਦ 5 ਵਾਰੀ ਮੁੱਖ ਮੰਤਰੀ ਰਹੇ ਹੈ, ਕਦੀ ਉਹਨਾਂ ਦੇ ਮੁੱਖ ਮੰਤਰੀ, ਔਰ ਕਿੰਨਾ ਪ੍ਰੈਸ਼ਰ ਹੋਊਗਾ ਸਾਰੇ ਪੰਜਾਬ ਦੇ, ਇਹਨਾਂ ਕੋਲ ਤਾਂ ਇੱਕ ਡਿਪਾਰਟਮੈਂਟ ਦਾ ਪ੍ਰੈਸ਼ਰ ਹੈ। ਕਦੀ ਪਿਛਲੇ 50-60 ਸਾਲਾਂ ਦੀ ਹਿਸਟਰੀ ਰਹੀ ਹੈ ਕਿਸੇ ਨੇ ਉਹਨਾਂ ਦੇ ਕੋਈ ਗੁੱਸਾ ਵੇਖਿਆ? ਨਿਮਰਤਾ ਰਹੀ ਹੈ। ਸ਼ਾਇਦ ਸਾਡੇ ਮੈਂ ਜਿਹੜੀ ਪਾਰਟੀ ਤੋਂ ਸ਼ਾਇਦ ਸਾਡੇ ਦੂਜੇ ਲੀਡਰਾਂ 'ਚ ਉਨੀ ਨਿਮਰਤਾ ਨਹੀਂ ਹੋਵੇ, ਪਰ ਪ੍ਰਕਾਸ਼ ਸਿੰਘ ਬਾਦਲ ਜਿਹਦੇ ਉਹਨਾਂ ਨੇ ਨਿਮਰਤਾ ਨਾਲ ਹੀ ਰਾਜਨੀਤੀ ਕੀਤੀ ਔਰ ਬੜੇ ਕਾਮਯਾਬ ਲੀਡਰ ਰਹੇ ਆ। ਇਸ ਵਾਸਤੇ ਮੈਂ ਸਮਝਦਾ ਕਿ ਜਿੰਨਾ ਲੋਕ ਇੱਕ ਚੰਗਾ ਵੱਡਾ ਅਹੁਦਾ ਦੇਣ, ਜਿੰਨੀ ਤਾਕਤ ਆਵੇ, ਜੇ ਬੰਦਾ ਉਹਨਾਂ ਨਿਉਂਦਾ ਜਾਵੇ, ਉਨੀ ਨਿਮਰਤਾ ਆਵੇ, ਤਾਂ ਮੈਂ ਸਮਝਦਾ ਉਹ ਕਾਮਯਾਬ ਲੀਡਰ ਰਹਿੰਦਾ, ਲੰਬੀ ਇਨਿੰਗ ਖੇਡ ਜਾਂਦਾ। ਤੇ ਜੇ ਪਹਿਲੀ ਵਾਰੀ ਮੰਤਰੀ ਬਣੇ, ਪਹਿਲੀ ਵਾਰੀ ਐਮਐਲਏ ਬਣੇ ਔਰ ਵਾਕਈ ਉਹ ਉਹਨਾਂ ਦਾ ਜਿਹੜਾ ਉਹ ਸੱਤਾ ਦੀ ਤਾਕਤ ਸਿਰ ਚੜ ਕੇ ਬੋਲੇ, ਤਾਂ ਲੋਕ ਫਿਰ ਸਾਰਾ ਕੁਝ ਵੇਖਦੇ। ਅੱਜ ਕੱਲ ਤਾਂ ਸਭ ਕੁਝ ਸਾਹਮਣੇ ਹੈ, ਫਿਰ ਬਹੁਤਾ ਮੌਕਾ ਨਹੀਂ ਮਿਲਦਾ। ਪਾਰਟੀ ਦੇ ਅੰਦਰ ਵੀ ਕੋਈ ਇਦਾਂ ਦੀ ਕੋਈ ਕਾਰਵਾਈ ਹੋ ਸਕਦੀ ਹੈ ਜਦੋਂ ਇਹ ਪਤਾ ਲੱਗੇ ਕਿ ਪਬਲਿਕਲੀ ਕਿਸੇ ਨੇ ਕੁਝ ਗਲਤ ਕਿਹਾ, ਜਿਹਦਾ ਰਿਐਕਸ਼ਨ ਉਸ ਬੰਦੇ ਤੇ ਤਾਂ ਜਾ ਹੀ ਰਿਹਾ, ਨਾਲ ਦੇ ਨਾਲ ਖਮਿਆਜ਼ਾ ਪਾਰਟੀ ਨੂੰ ਵੀ ਭੁਗਤਣਾ ਪੈ ਰਿਹਾ। ਕੋਈ ਡਿਸਪਲਿਨ ਕਮੇਟੀ ਜਾਂ ਇਦਾਂ ਦੀ ਕੋਈ ਕਾਰਵਾਈ ਪਾਰਟੀਆਂ ਦੇ ਅੰਦਰ ਹੁੰਦੀ ਹੈ? ਇਹ ਹੁੰਦੀ ਹੈ, ਪਰ ਇਹਨਾਂ ਨੇ ਕਿਸ ਤੇ ਕਰਨੀ ਹੈ, ਕਿਹੜਾ ਉੱਥੇ ਮੁੱਖ ਮੰਤਰੀ ਦੇ ਗਰੁੱਪ ਦਾ ਹੈ, ਕਿਹੜਾ ਕਿਹਨੂੰ ਉਹਨਾਂ ਨੇ ਛੋਟੀ ਜੀ ਗਲਤੀ ਨਾਲ ਵੀ ਵੱਡੀ ਬਣਾ ਕੇ ਉਹਨਾਂ ਤੋਂ ਪੁੱਛ ਦੱਸ ਲੈਣਾ। ਲਿਆ ਹੀ ਹੈ ਨਵਜੋਤ ਸਿੰਘ ਸਿੱਧੂ ਵਾਲੇ ਕੇਸ 'ਚ ਕੀ ਹੋਇਆ ਵੀ ਉਹ ਕਹਿਤਾ ਵੀ ਹਾਂ ਸ਼ਹਿਰਾਂ ਦੇ ਰਿਜ਼ਲਟ ਚੰਗੇ ਨਹੀਂ ਆਏ ਤੇ ਇਸ ਵਾਸਤੇ ਮੇਰਾ ਤਾਂ ਤੁਹਾਡਾ ਮਹਿਕਮਾ ਬਦਲਣਾ। ਉਦੋਂ ਤਾਂ ਕੁਛ ਨਾ ਕੁਛ ਆਪਾਂ ਕੱਢ ਲੈਣਾ। ਜਿੱਥੇ ਤੁਹਾਡੇ ਆਪਣੇ ਧੜੇ ਦੇ ਹੋਣ, ਤੁਹਾਡੀ ਜੀ ਹਜ਼ੂਰੀ ਕਰਦੇ ਹੋਣ, ਉੱਥੇ ਜਿੱਡੀ ਮਰਜ਼ੀ ਕੋਈ ਵੱਡੀ ਗਲਤੀ ਕਰ ਲੇ, ਕੋਈ ਡਿਸਪਲਿਨ ਨਹੀਂ ਹੋਣਾ। ਇਹ ਤਾਂ ਸਭ ਤੁਸੀਂ ਜਿਹੋ ਜਿਹਾ ਬੰਦਾ ਦਾ ਚਿਹਰਾ ਵਾਹ ਦਿਓ, ਉਹੋ ਜਿਹਾ ਕਾਨੂੰਨ ਹੈ, ਇਹ ਪਾਰਟੀਆਂ ਨੇ ਤੇ ਕਰਨਾ। ਇੱਥੋਂ ਤੱਕ ਕਿ ਜਿਹੜਾ ਚਲੋ ਇਹ ਮੰਗਾਂ ਕਰ ਰਹੇ ਸਾਡੇ ਟੀਚਰ ਸਾਹਿਬਾਨ ਕਿ ਚਲੋ ਜੇ ਗਲਤੀ ਗੁੱਸੇ 'ਚ ਨਿਕਲ ਵੀ ਜਾਂਦੀ, ਇਨਸਾਨ ਆਪਾਂ ਕਿਸੇ ਵੇਲੇ ਮੋਮੈਂਟਰੀ ਗੁੱਸਾ ਆ ਜਾਂਦਾ, ਗਲਤੀ ਹੋ ਵੀ ਜਾਂਦੀ ਹੈ, ਗਲਤੀ ਮੰਨ ਲੈਣੀ ਚਾਹੀਦੀ ਹੈ। ਨਾ ਮੰਨੀ ਇਹ ਸਭ ਤੋਂ ਮੈਂ ਸਮਝਦਾ ਇਹ ਵੱਡੀ ਗੱਲ ਹੈ। ਬਟ ਕਹਿੰਦੇ ਕੋਈ ਬੰਦਾ ਛੋਟਾ ਨਹੀਂ ਹੁੰਦਾ। ਠੀਕ ਹੈ ਨੀਲ ਗਰਗ ਸਾਹਿਬ, ਮੈਂ ਇਸੇ ਗੱਲ ਨੂੰ ਅੱਗੇ ਤੋਰਦਾ ਕਿ ਜਦੋਂ ਤੁਹਾਡੇ ਕੋਲ ਇੱਕ ਅਜਿਹੀ ਕੁਰਸੀ ਹੋਵੇ ਜਿਹਦਾ ਸਨਮਾਨ ਬਹੁਤ ਵੱਡਾ ਹੋਵੇ, ਜਿਹਦੇ ਪਿੱਛੇ ਐਜੂਕੇਸ਼ਨ ਮਿਨਿਸਟਰ ਲੱਗਦਾ ਹੋਵੇ, ਤੇ ਉਹ ਅਨਐਜੂਕੇਟਡ ਗੱਲਾਂ ਕਰੇ, ਗੱਲਾਂ ਕਰਨ ਤੋਂ ਬਾਅਦ ਇਹ ਵੀ ਨਾ ਮੰਨੇ ਕਿ ਹਾਂ ਮੇਰੇ ਤੋਂ ਗਲਤੀ ਹੋ ਗਈ, ਤਾਂ ਮੈਨੂੰ ਲੱਗਦਾ ਕਿ ਦੁੱਖ ਜ਼ਿਆਦਾ ਵੱਡਾ। ਇਹਦੀ ਨਾ ਮੈਂ ਇੱਕੋ ਗੱਲ 'ਚ ਜਵਾਬ ਦਿਆਂਗਾ। ਨਾਰਮਲੀ ਕਹਿੰਦੇ ਕਿ ਪੰਜਾਬ ਨੂੰ ਸਿੱਖਿਆ ਮੰਤਰੀ ਦੀ ਨਹੀਂ ਬਲਕਿ ਸਿੱਖਿਆ ਮੰਤਰੀ ਨੂੰ ਸਿੱਖਿਆ ਦੀ ਲੋੜ ਹੈਗੀ ਹੈ, ਔਰ ਇਸ ਤਰ੍ਹਾਂ ਦਾ ਜਿਹੜਾ ਬਿਹੇਵ ਕਰਨਾ ਇਸ ਚੇਅਰ ਦੇ ਉੱਤੇ ਬੈਠ ਕੇ ਅਤੀ ਨਿੰਦਨੀ ਹੈਗਾ। ਇਹ ਮਾਫੀਯੋਗ ਹੈ ਹੀ ਨਹੀਂ ਹੈ, ਬਖਸ਼ਣਯੋਗ ਹੈ ਹੀ ਨਹੀਂ ਹੈਗਾ। ਜੇਕਰ ਉਹਨਾਂ ਤੋਂ ਵੇਗ ਦੇ ਵਿੱਚ ਇਹ ਨਿਕਲੀ ਹੁੰਦੀ ਗੱਲ ਤਾਂ ਬਿਲਕੁਲ ਦੀਪਾ ਸਾਹਿਬ ਦੀ ਗੱਲ ਸੀ, ਹੋ ਸਕਦਾ ਨਿਕਲ ਗਈ ਹੋਵੇ ਤਾਂ ਉਹ ਮਾਫੀ ਮੰਗ ਲੈਂਦੇ, ਤੇ ਉਹਨਾਂ ਨੇ ਤਾਂ ਹਾਲੇ ਤੱਕ ਆਪਣਾ ਕੋਈ ਇਸ ਦੇ ਉੱਤੇ ਰਿਐਕਸ਼ਨ ਵੀ ਨਹੀਂ ਦਿੱਤਾ। ਇਸ ਪੂਰੀ ਵੀਡੀਓ ਨੂੰ ਤੁਸੀਂ ਦੇਖੋਗੇ ਤੁਹਾਨੂੰ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਜਿਸ ਤਰੀਕੇ ਨਾਲ ਅਨਪਾਰਲੀਮੈਂਟਰੀ ਲੈਂਗੁਏਜ ਉਹ ਅਧਿਆਪਕਾਂ ਦੇ ਪ੍ਰਤੀ, ਜਿਨ੍ਹਾਂ ਨੂੰ ਅਸੀਂ ਸਮਾਜ ਦੇ ਨਿਰਮਾਤਾ ਕਹਿੰਦੇ ਹੈਗੇ, ਜਿਨ੍ਹਾਂ ਨੇ ਅੱਗੇ ਜਾ ਕੇ ਬੱਚਿਆਂ ਨੂੰ ਪੜ੍ਹਾ ਕੇ ਦੇਸ਼ ਦਾ ਭਵਿੱਖ ਬਣਾਉਣਾ ਹੈ, ਉਹਨਾਂ ਦੇ ਪ੍ਰਤੀ ਇੰਨੀ ਭੱਦੀ ਸ਼ਬਦਾਵਲੀ ਯੂਜ਼ ਹੋ ਰਹੀ ਆ। ਦੂਜੇ ਬੰਨੇ ਉਸੇ ਵੀਡੀਓ ਦੇ ਵਿੱਚ ਡੀਐਸਪੀ ਸਾਹਿਬ ਵੀ ਹੁਕਮ ਬਜਾਉਂਦੇ ਕਹਿੰਦੇ ਆ ਉਹ ਕਾਨੂੰਨ ਦਾ ਰਾਖਾ ਨਹੀਂ ਹੈਗੇ, ਉਹ ਕਹਿੰਦੇ ਲਓ ਜੀ ਹੁਣੇ ਠੋਕ ਦਿੰਦੇ ਆ। ਤੁਸੀਂ ਦੇਖੋ ਮਤਲਬ ਇਸ ਤੋਂ ਬਾਅਦ ਮੌਕਰੀ ਜਿਹੜਾ ਹੈਗਾ ਡੈਮੋਕ੍ਰੇਸੀ ਦੀ ਹੋਰ ਕੀ ਹੋ ਸਕਦੀ ਹੈਗੀ ਹੈ? ਇਸ ਤੋਂ ਵੱਧ ਹੋ ਹੀ ਨਹੀਂ ਸਕਦਾ। ਇਸ ਨੂੰ ਜਸਟੀਫਾਈ ਕੀਤਾ ਹੀ ਨਹੀਂ ਜਾ ਸਕਦਾ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ। ਔਰ ਚਾਹੇ ਮੈਂ ਇੱਕ ਗੱਲ ਹੋਰ ਆਖਣੀ ਚਾਹੁੰਦਾ ਹੈਗਾ, ਇਹ ਸਾਡੇ ਜਿਹੜੇ ਪੰਜਾਬ ਦੇ ਲੀਡਰ ਜਦੋਂ ਬਾਅਦ ਦੇ ਵਿੱਚ ਇਹਨਾਂ ਤੇ ਗੱਲ ਆਉਂਦੀ ਹੈ ਫਿਰ ਇਹ ਕਹਿੰਦੇ ਸੀ ਕਿਹੜਾ ਸਮਾਜ ਤੋਂ ਵੱਖਰੇ ਹੈਗੇ ਆ, ਸਮਾਜ ਦੇ ਵਿੱਚੋਂ ਹੀ ਹੈਗੇ ਆ। ਬਿਲਕੁਲ ਸਮਾਜ ਦੇ ਵਿੱਚੋਂ ਹੈਗੇ ਆ। ਕਿ ਪੰਜਾਬ ਸਾਰਾ ਗਾਲਾਂ ਹੀ ਕੱਢਦਾ ਲੋਕਾਂ ਨੂੰ? ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਪ੍ਰੋਫੈਸ਼ਨ ਹੈਗੇ ਆ ਤੇ ਉੱਥੇ ਕਿਉਂ ਨਹੀਂ ਹੁੰਦਾ? ਲੇਕਿਨ ਇਹ ਜਿਹੜਾ ਚੀਜ਼ ਹੈ ਬਿਮਾਰੀ ਕਈ ਪਾਰਟੀਆਂ 'ਚ ਹੈਗੀ ਹੈ। ਤੁਸੀਂ ਪਿਛਲੇ ਵਾਰੀ ਵਿਧਾਨ ਸਭਾ 'ਚ ਵੀ ਦੇਖਿਆ ਹੋਣਾ, ਜਦੋਂ ਦੋ ਐਮਐਲਏ ਦਾ ਆਪਸ ਦੇ ਵਿੱਚ ਮਾਂ ਭੈਣ ਦੀ ਗਾਲ ਵੀ ਹੋਈ ਸੀ, ਠੀਕ ਹੈ ਨਾ, ਸਾਰਿਆਂ ਨੂੰ ਪਤਾ ਕਿਹੜੀ ਪਾਰਟੀ ਤੋਂ ਕੌਣ ਹੈਗਾ ਸੀ। ਸੋ ਇਹਨਾਂ ਜਿਹੜੇ ਲੀਡਰ ਨੇ ਘੱਟੋ ਘੱਟ ਇਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਪੇਸ਼ ਆਉਣਾ ਚਾਹੀਦਾ ਕਿ ਲੋਕ ਇਹਨਾਂ ਨੂੰ ਫੋਲੋ ਕਰਦੇ ਆ, ਇਹਨਾਂ ਨੂੰ ਦੇਖਦੇ ਹੈਗੇ ਆ ਕਿ ਉਹ ਇਹਨਾਂ ਨੂੰ ਇਹਨਾਂ ਦੇ ਪ੍ਰਤੀ ਇੱਕ ਸਤਿਕਾਰਯੋਗ ਯਾਨੀ ਕਿ ਆਪਣਾ ਰਵੱਈਆ ਰੱਖਣ। ਅਦਰਵਾਈਜ਼ ਜਿਸ ਤਰੀਕੇ ਦਾ ਇਹ ਬਿਹੇਵ ਕਰ ਰਹੇ ਆ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ, ਲੋਕ ਇਹਨਾਂ ਨੂੰ ਰਿਸਪੈਕਟ ਕਰਨਗੇ। ਇਸੇ ਕਰਕੇ ਜਿਹੜਾ ਹੈਗਾ ਯਾਨੀ ਕਿ ਰਾਜਨੀਤੀ ਦਾ ਜਿਹੜਾ ਨਿਗਾਰ ਆ ਜ਼ਿਆਦਾ ਜਾ ਰਿਹਾ। ਇੱਕ ਚੀਜ਼ ਮੈਂ ਇੱਥੇ ਦੱਸ ਦਿਆਂ ਜੀ, ਸਾਡੀ ਪਾਰਟੀ ਵੱਲੋਂ ਬਿਲਕੁਲ ਇਹਦੇ ਕੋਈ ਮਾਫੀ ਨਹੀਂ, ਮਾਫੀਯੋਗ ਹੈ ਹੀ ਨਹੀਂ ਹੈ। ਅਸੀਂ ਇਹਨੂੰ ਬਰਖਾਸਤਗੀ ਦੀ ਮੰਗ ਕਰ ਰਹੇ ਹਾਂ ਔਰ ਕੱਲ ਨੂੰ ਸਾਡੇ ਨੂੰ ਰਾਜਪਾਲ ਸਾਹਿਬ ਤੋਂ ਟਾਈਮ ਮਿਲ ਗਿਆ ਹੋਇਆ। ਆਮ ਆਦਮੀ ਪਾਰਟੀ ਜਿਹੜਾ ਹਰਪਾਲ ਚੀਮਾ ਜੀ ਦੀ ਅਗਵਾਈ ਦੇ ਵਿੱਚ ਰਾਜਪਾਲ ਸਾਹਿਬ ਨੂੰ ਮੈਮੋਰੰਡਮ ਦੇਗੀ ਔਰ ਵਜਿੰਦਰ ਸਿੰਗਲਾ ਜੀ ਦੀ ਜਿਹੜੀ ਬਰਖਾਸਤਗੀ ਦੀ ਅਸੀਂ ਮੰਗ ਕਰਾਂਗੇ। ਇੱਕ ਛੋਟਾ ਜਿਹਾ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਸੀਂ ਪ੍ਰੋਫੈਸਰ ਸਾਹਿਬ ਹੋ, ਤੁਸੀਂ ਵੀ ਬੱਚੇ ਪੜ੍ਹਾਉਂਦੇ ਹੋ ਔਰ ਇਹ ਟੀਚਰ ਸਾਹਿਬਾਨ ਨੇ ਇਹ ਕਹਿੰਦੇ ਨੇ ਕਿ ਕਦੇ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਕਿ ਇਸ ਹੱਦ ਤੱਕ ਤੁਹਾਨੂੰ ਜਾਣਾ ਪਵੇ ਕਿ ਤੁਸੀਂ ਅਧਿਆਪਕਾਂ ਨੂੰ ਗਾਲਾਂ ਕੱਢੋ। ਔਰ ਜੇ ਉਸ ਹੱਦ ਤੱਕ ਜਾਂਦੇ ਵੀ ਹੋ ਤਾਂ ਕਿਸੇ ਨੂੰ ਕੀ ਅਧਿਕਾਰ ਹੈਗਾ, ਭਾਵੇਂ ਉਹ ਗੁੱਸੇ 'ਚ ਹੀ ਸਹੀ, ਕਿ ਤੁਸੀਂ ਕਿਸੇ ਡਿਪਾਰਟਮੈਂਟ ਦਾ ਵਿਭਾਗ ਦਾ ਕੰਮ ਕੀਤਾ ਪਰ ਉਹ ਫਿਰ ਵੀ ਤੁਹਾਡੇ ਤੋਂ ਖੁਸ਼ ਨਾ ਹੋਣ ਤਾਂ ਤੁਸੀਂ ਗਾਲਾਂ ਕੱਢ ਸਕਦੇ ਹੋ? ਨਹੀਂ, ਇੱਕ ਤੁਸੀਂ ਪੰਜਾਬੀ ਕਹਾਵਤ ਸੁਣੀ ਹੋਣੀ ਆ, ਕੌਣ ਕਹੇ ਰਾਣੀਏ ਅੱਗਾ ਟੱਕ। ਜਾਣੀ ਇਸ ਕਿਸਮ ਦਾ ਜੋ ਸੱਤਾ 'ਚ ਲੋਕ ਆ, ਜਿਸ ਤਰ੍ਹਾਂ ਤੁਸੀਂ ਨਸ਼ਾ ਕਹਿੰਦੇ ਆ,
ਉਹ ਜਿਹੜੀ ਵੀ ਗੱਲ ਜਿਸ ਤਰ੍ਹਾਂ ਵੀ ਕਰਦੇ ਆ ਉਹ ਪੁਗਾ ਲੈਂਦੇ ਆ, ਉਹਨਾਂ ਨੂੰ ਲੋਕ ਬਹੁਤਾ ਸਵਾਲ ਨਹੀਂ ਕਰਦੇ ਕਿਉਂਕਿ ਪੁਲਿਸ ਦਾ, ਡਾਂਗਾਂ ਦਾ, ਝੂਠੇ ਕੇਸਾਂ ਦਾ, ਝੂਠੇ ਨਸ਼ਿਆਂ ਦੇ ਜਾਂ ਕੇਸ ਪਾ ਦੇਣੇ ਜਾਂ ਕੁਝ ਵੀ ਆ, ਤੁਹਾਡੇ ਸਾਹਮਣੇ ਸਾਰੇ ਦੇਸ਼ 'ਚ ਇਹੋ ਕੁਝ ਹੋ ਰਿਹਾ। ਆਪਣੀਆਂ CBI ਦੀ ਇਨਕੁਆਇਰੀ ਲਾ ਦੇਣ ਦਾ, ਹੋਰ ਦਾ, ਲੋਕੀ ਤੇ ਐਉਂ ਜਾਣੀ ਡਰਾ ਕੇ ਧਮਕਾ ਕੇ ਵੈਸੇ ਹੀ ਉਹਨਾਂ ਦੇ ਮੂੰਹ ਬੰਦ ਕਰਕੇ ਰੱਖਿਆ। ਬਹੁਤ ਥੋੜ੍ਹੇ ਜਿਹੇ ਲੋਕ ਆ ਪੰਜਾਬ ਵਿੱਚ, ਥੋੜ੍ਹਾ ਜਿਹਾ ਮਾਹੌਲ ਥੋੜ੍ਹਾ ਦੂਜੀਆਂ ਸੂਬਿਆਂ ਨਾਲੋਂ ਅਲੱਗ ਆ ਕਿ ਇੱਥੇ ਦਲੇਰੀ, ਚਲੋ ਸਿੱਖੀ ਦਾ ਕਹਿ ਲਓ, ਸਾਡੇ ਗੁਰੂਆਂ ਪੀਰਾਂ ਦਾ ਉਹਨਾਂ ਦਾ ਕਹਿ ਲਓ, ਤੇ ਬੋਲਦੇ ਆ ਲੋਕ, ਅਜੇ ਵੀ ਮੂੰਹ ਉਹਨਾਂ ਦਾ ਛੇਤੀ ਛੇਤੀ ਬੰਦ ਨਹੀਂ ਕਰ ਸਕਦੇ। ਪਰ ਬਾਕੀ ਦੇਸ਼ ਦੇ ਵਿੱਚ ਕੀ ਕਿਸੇ ਦੀ ਜ਼ਰੂਰਤ ਹੈ ਕਿ ਕਿਸੇ ਮਿਨਿਸਟਰ ਨੂੰ ਕੁਝ ਜਿਹੜਾ ਬਿਆਨ ਹੁਣ ਜਦੋਂ ਹੈਦਰਾਬਾਦ ਦਾ ਸਾਰਾ ਹੋਇਆ ਤੇ ਉਹਨਾਂ ਨੇ ਕਿਹਾ ਸੀ ਮਾਰੇ, ਉਹ ਮਿਨਿਸਟਰ ਨੇ, ਯਾਦਵ ਨੇ ਕਹਿਤਾ ਕਿ ਇੰਨਾ ਪ੍ਰੈਸ਼ਰ ਸੀ, ਜਿਹੜੀ ਸੇਕੜੀ ਸਾਹਿਬ ਵਾਲੀ ਗੱਲ ਕਹਿ ਰਹੇ ਆ ਕਿ ਲੋਕਾਂ ਦਾ ਇੰਨਾ ਪ੍ਰੈਸ਼ਰ ਸੀ ਕਿ ਸਾਨੂੰ ਇਹ ਕਰਨਾ ਪਿਆ। ਇਹ ਗੱਲ ਮੰਨ ਲਈ ਆ ਉਹਨਾਂ ਨੇ, ਜਿਹੜੀ ਅਸੀਂ ਪਹਿਲੇ ਦਿਨ ਤੋਂ ਸ਼ੱਕ ਕਰਦੇ ਸੀ। ਇਹਦਾ ਮਤਲਬ ਪ੍ਰੈਸ਼ਰ ਥੱਲੇ ਕੁਝ ਵੀ ਕਰੀ ਜਾਣਗੇ, ਗਾਲਾਂ ਵੀ ਕੱਢੀ ਜਾਣਗੇ, ਲੋਕਾਂ ਨੂੰ ਸਭ ਕੁਝ ਕਰੀ ਜਾਣਗੇ। ਯੋਗੀ ਨੇ ਵੀ ਉਹਦਾ, ਤੁਸੀਂ ਹਰਪ੍ਰੀਤ ਜੀ ਕਹਿਤਾ ਕਿ ਅਸੀਂ ਤਾਂ 100 ਤੋਂ ਵੱਧ ਅੱਗੇ ਹੀ ਕਰ ਦਿੱਤਾ ਕੰਮ, 100 ਤੋਂ ਵੱਧ ਆ, ਇਹੀ ਇੱਕ ਤਰੀਕਾ ਰਹਿ ਗਿਆ ਇਨਸਾਫ ਦਾ। ਜੇ ਲੀਡਰ ਆਪਣੇ ਨੂੰ ਆਪਣੇ ਆਪ 'ਚ ਕਿਸੇ ਡਿਸਪਲਿਨ 'ਚ ਨਹੀਂ ਰੱਖਣਗੇ ਤਾਂ ਫਿਰ ਦੇਖੋ ਲੋਕਾਂ ਦੀ ਵੀ ਇੱਕ ਹੱਦ ਹੁੰਦੀ ਹੈ, ਇਹ ਮਾੜੀ ਗੱਲ ਹੁੰਦੀ ਹੈ, ਇਸ ਤਰ੍ਹਾਂ ਨਹੀਂ ਹੈ। ਇਹਦੇ 'ਚ ਇੱਕ ਹੋਰ ਪੇਚ ਹੈਗਾ ਬਹੁਤ ਜ਼ਰੂਰੀ, ਉਹ ਇਹ ਹੈ ਕਿ ਜਦੋਂ ਤੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੇ ਐ ਮੋਮੋ ਠੱਗਣੇ ਜੇ ਬਣ ਕੇ ਮਿੱਠੀਆਂ ਗੱਲਾਂ, ਬਹੁਤ ਹੀ ਜਿਸ ਤਰ੍ਹਾਂ ਸਤਿਕਾਰ, ਪੈਰੀ ਵੀ ਹੱਥ, ਤੂੰ ਮੇਰਾ ਦਾਦੀ, ਤੂੰ ਮੇਰਾ ਫੁੱਫੂ, ਸਾਰੀਆਂ ਗੱਲਾਂ ਕਰਕੇ ਪੂਛ ਕਰਕੇ ਵੋਟਾਂ ਇਹ ਕਰੀ ਲੈ ਲੈਣੀਆਂ ਤੇ ਵੱਡੇ ਵੱਡੇ ਜਾਣੀ ਉਹਨਾਂ ਨੂੰ ਵਾਅਦੇ ਕਰਕੇ ਦਿਖਾਉਣੇ ਸਾਰੇ। ਜਦੋਂ ਅਸਲੀਅਤ ਆਉਂਦੀ ਹੈ ਤੇ ਇਹਨਾਂ ਨੂੰ ਪਤਾ ਤੇ ਹੁੰਦਾ ਕਿ ਅਸੀਂ ਝੂਠੇ ਵਾਅਦੇ, ਇੱਕ ਜਿਹੜੀ ਅੰਦਰੋਂ ਸ਼ਰਮਿੰਦਗੀ ਹੁੰਦੀ ਹੈ ਉਹਨੂੰ ਲੁਕਾਉਣ ਲਈ ਇੱਕ ਆਤਮ ਵਿਸ਼ਵਾਸ ਜਿਹੜਾ ਫਿਰ ਉਹ ਜਾਂਦਾ ਰਹਿੰਦਾ। ਜਦੋਂ ਤੁਹਾਡਾ ਆਤਮ ਵਿਸ਼ਵਾਸ, ਆਤਮਾ ਸਾਫ਼ ਸੁਥਰੀ ਨਾ ਹੋਵੇ, ਆਤਮ ਵਿਸ਼ਵਾਸ ਨਾ ਰਹੇ, ਇੱਕ ਸ਼ਰਮਿੰਦਗੀ ਹੋਵੇ ਕਿ ਲੋਕਾਂ ਨੂੰ ਮੂੰਹ ਕਿਵੇਂ ਦਿਖਾਉਣਾ ਕਿਉਂਕਿ ਜੋ ਵਾਅਦੇ ਕੀਤੇ ਸੀ ਉਹਦੇ ਪੂਰੇ ਹੋ ਨਹੀਂ ਰਹੇ, ਉਹਨਾਂ ਨੂੰ ਆਪਣੀ ਫਰਸਟ੍ਰੇਸ਼ਨ ਆਉਂਦੀ ਹੈ। ਇਹ ਘਰ ਵਾਲੀ ਫਰਸਟ੍ਰੇਸ਼ਨ ਜਿਹੜੀ ਸੇਖੜੀ ਸਾਹਿਬ ਜੀ ਕਹਿੰਦੇ ਕਿ ਘਰਾਂ 'ਚ ਹੁੰਦੀ, ਉਹ ਗੱਲ ਹੋਰ ਹੁੰਦੀ ਆ। ਉੱਥੇ ਇੱਕ ਬਰਾਬਰਤਾ ਦਾ ਮਾਹੌਲ ਹੁੰਦਾ, ਉੱਥੇ ਫਿਰ ਜਵਾਬਦੇਹੀ ਵੀ ਹੁੰਦੀ। ਇੱਥੇ ਕਿਹਦੀ ਜਵਾਬਦੇਹੀ ਹੈ? ਇੱਥੇ ਦੇ ਉਹਨਾਂ ਦੇ ਚਾਰੇ ਪਾਸੇ ਪੁਲਿਸ, ਹੋਰ ਪੈਰਾਫਰਨੇਲੀਆ, ਇੰਨਾ ਕੁਝ, ਉਹਨਾਂ ਦੇ ਚਾਪਲੂਸਰ ਇੰਨੇ ਹੁੰਦੇ, ਗੁੰਡੇ ਹੁੰਦੇ ਆ ਗੈਂਗਸਟਰ ਰੱਖੇ ਆ। ਕਿਸੇ ਨੂੰ ਤੁਰੇ ਜਾਂਦੇ ਨੂੰ ਜੇ ਸਰਪੰਚ ਦਾ ਜੋ ਢਿਲਵਾਂ ਦਾ ਹੋਇਆ, ਹਰ ਬੰਦਾ ਡਰਦਾ। ਪਿੰਡਾਂ 'ਚ ਅਸੀਂ ਜਾਂਦੇ, ਉਹ ਕਹਿੰਦੇ ਖਬਰਦਾਰ, ਅਸੀਂ ਕਿਸੇ ਪਾਰਟੀ ਦੇ ਬੰਦੇ ਨੂੰ ਇੰਜ ਕੁਝ ਕਹਿ ਨਹੀਂ ਸਕਦੇ। ਸੈਕਟਰੀ ਸਾਹਿਬ, ਇੱਕ ਗੱਲ ਤੁਸੀਂ ਕਹਿ ਰਹੇ ਹੋ ਕਿ ਪ੍ਰੈਸ਼ਰ ਹੁੰਦਾ, ਕਈ ਵਾਰ ਗੱਲਾਂ ਨਿਕਲ ਜਾਂਦੀਆਂ ਨੇ। ਮੈਂ ਇੱਕ ਸਿੱਧਾ ਸਪਸ਼ਟ ਜਿਹਾ ਜਵਾਬ ਤੁਹਾਡੇ ਤੋਂ ਜਾਣਨਾ ਚਾਹਨਾ ਕਿ ਸੈਕਟਰੀ ਸਾਹਿਬ ਨੂੰ ਲੱਗਦਾ ਹੈ ਕਿ ਵਿਜੇਂਦਰ ਸਿੰਗਲਾ ਹੋਰਾਂ ਨੇ ਗਲਤ ਕੀਤਾ, ਗਾਲ ਕੱਢੀ ਹੈ, ਗਲਤ ਹੈ, ਗਲਤੀ ਹੋਈ ਹੈ ਕਿ ਨਹੀਂ ਹੋਈ? ਦੇਖੋ ਮੇਰੀ ਗੱਲ ਸੁਣੋ, ਮੇਰੇ ਦੋਸਤ ਨੇ ਦੀਪਾ ਜੀ, ਮੇਰੇ ਤੋਂ, ਮੈਂ ਜਦੋਂ ਯੂਨੀਵਰਸਿਟੀ ਪ੍ਰੈਜ਼ੀਡੈਂਟ ਸੀ ਪੰਜਾਬ ਯੂਨੀਵਰਸਿਟੀ ਦਾ, ਉਸ ਤੋਂ ਬਾਅਦ ਇਹ ਬਣੇ, ਔਰ ਮੈਂ ਜਾਣਦਾ ਕਿ ਦੀਪਾ ਮੇਰੇ ਤੋਂ ਕਿਤੇ ਵੱਧ ਗੁੱਸੇ ਵਾਲਾ ਸੀਗਾ ਔਰ ਯੂਨੀਵਰਸਿਟੀ 'ਚ ਇਹਦੀ ਰਿੱਟ ਚੱਲਦੀ ਸੀ। ਚਲੋ ਪਹਿਲਾਂ ਸਾਡੀ ਪਾਰਟੀ ਸੀ, ਹੁਣ ਦੋਸਤ ਪਾਰਟੀ ਚਲੇ ਗਏ। ਤੇ ਦੀਪਾ ਜੀ ਜਿਹੜੀ ਉਮਰ 'ਚ ਤੁਸੀਂ ਔਰ ਮੈਂ ਯੂਨੀਵਰਸਿਟੀਆਂ ਤੋਂ ਨਿਕਲੇ, ਇਸੇ ਤਰ੍ਹਾਂ ਆਸ਼ੂ ਜੀ ਔਰ ਸਿੰਗਲਾ ਜੀ ਸਾਡੀ ਉਮਰ ਤੋਂ ਛੋਟੇ ਹੀ ਨੇ ਨਾ, ਉਹ ਨਿਕਲੇ ਨੇ, ਉਹਨਾਂ ਨੂੰ ਮੌਕਾ ਮਿਲ ਗਿਆ ਜਨਤਾ ਦੀ ਸੇਵਾ ਕਰਨ ਦਾ। ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਗੱਲ ਕੀਤੀ ਹੈ, ਉਹਨਾਂ ਨੇ, ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਦੋਂ ਹਿੰਦੁਸਤਾਨ ਦਾ ਸੰਵਿਧਾਨ ਫਾਟਿਆ ਸੀ, ਕਿਆ ਪਿਆਰ ਨਾਲ ਫਾਟਿਆ ਸੀ, ਗੁੱਸੇ 'ਚ ਫਾਟਿਆ ਸੀ? ਉਹ ਉਮਰ ਹੁੰਦੀ ਹੈ, ਉਮਰ ਦਾ ਤਕਾਜ਼ਾ ਹੁੰਦਾ। ਅੱਜ 94 ਸੈਕਟਰੀ ਸਾਹਿਬ ਲੋਕੀ ਮੈਨੂੰ ਨਹੀਂ ਛੱਡਣਗੇ, ਮੈਂ ਤੁਹਾਡੇ ਤੋਂ ਕੀ ਬੁਲਵਾਈ ਜਾਣਾ। ਤੁਸੀਂ ਕਹੀ ਜਾਂਦੇ ਹੋ ਕਿ ਬੜਾ ਜੋਸ਼ ਹੈ ਮੰਤਰੀਆਂ ਦੇ ਵਿੱਚ, ਇਸੇ ਕਰਕੇ ਉਹ ਗਾਲਾਂ ਕੱਢੀ ਜਾਣ, ਲੋਕਾਂ ਨੂੰ ਜਸਟੀਫਾਈ ਹੈ। ਦੇਖੋ ਮਤਲਬ ਉਮਰ ਦਾ ਐਸਾ ਜੋਸ਼ ਕਿ ਤੁਸੀਂ ਲੋਕਾਂ ਨੂੰ ਗਾਲਾਂ ਕੱਢ ਸਕਦੇ ਹੋ। ਦੀਪਾ ਸਾਹਿਬ ਹੋਣ ਭਾਵੇਂ ਅਸ਼ਵਨੀ ਸੈਕਟਰੀ ਹੋਣ, ਉਹ ਉਸ ਉਮਰ 'ਚ ਗਾਲਾਂ ਕੱਢੀਆਂ ਤੇ ਲੋਕਾਂ ਨੇ ਸਾਈਨ ਕਰ ਲਈਆਂ। ਤੁਸੀਂ ਮਿਨਿਸਟਰ ਨਹੀਂ ਹੋ ਨਾ, ਦੀਪਾ ਸਾਹਿਬ ਮਿਨਿਸਟਰ ਨੇ। ਅੱਜ ਮਿਨਿਸਟਰ ਨੇ ਵਿਜੇਂਦਰ ਸਿੰਗਲਾ, ਜਿਹੜੇ ਜਵਾਬਦੇਹੀ ਨੇ ਲੋਕਾਂ ਨੂੰ। ਜੇ ਵਿਜੇਂਦਰ ਸਿੰਗਲਾ ਗਾਲ ਕੱਢਣਗੇ ਤਾਂ ਉਹਨਾਂ ਨੂੰ ਜਵਾਬ ਦੇਣਾ ਪਏਗਾ। ਮੇਰਾ ਇੱਕ ਸਿੰਪਲ ਜਿਹਾ ਸਵਾਲ, ਕੀ ਵਿਜੇਂਦਰ ਸਿੰਗਲਾ ਨੇ ਠੀਕ ਕੀਤਾ ਕਿ ਗਲਤ ਕੀਤਾ? ਸਿੱਧੀ ਗੱਲ ਹੈ, ਇਹਦਾ ਜਵਾਬ ਦੇ ਦਿਓ। ਦੇਖੋ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਤੁਹਾਨੂੰ, ਮੈਂ ਨੇ ਪਹਿਲਾਂ ਤੁਹਾਨੂੰ ਕਿਹਾ ਹੈ ਕਿ ਮਿਨਿਸਟਰ ਦਾ ਅਹੁਦਾ ਬੜਾ ਉੱਚਾ ਹੁੰਦਾ ਹੈ, ਮਿਨਿਸਟਰ ਨੂੰ ਆਪਣੇ ਆਪ ਤੇ ਸੰਯਮ ਰੱਖਣਾ ਚਾਹੁੰਦਾ ਹੈ। ਅਗਰ ਚਲੋ ਗਲਤੀ ਹੋਈ ਨਾ, ਗਲਤੀ ਹੋਈ, ਠੀਕ ਹੈ, ਗੁੱਸੇ 'ਚ ਆ ਕੇ ਗਲਤੀ ਹੋਈ, ਫਿਰ ਇੱਕ ਅਗਲਾ ਸਵਾਲ ਨਾਲ, ਜੇ ਗਲਤੀ ਹੋ ਗਈ ਤੇ ਮਾਫੀ ਮੰਗ ਕੇ, ਸਲਿਪ ਆਫ ਟੰਗ ਚਲੋ ਮੰਨ ਲੈਣਾ, ਕੀ ਮਾਫੀ ਨਹੀਂ ਮੰਗੀ ਜਾ ਸਕਦੀ? ਮਾਫੀ ਨਹੀਂ ਮੰਗੀ ਜਾ ਸਕਦੀ ਕਿ ਗਲਤੀ ਹੋ ਗਈ? ਦੇਖੋ ਗੱਲ ਸੁਣੋ, ਮੇਰੀ ਗੱਲ ਤਾਂ ਸੁਣੋ। ਅਗਰ ਗੁੱਸੇ 'ਚ ਆ ਕੇ ਸਲਿਪ ਆਫ ਟੰਗ ਹੋਈ ਹੈ ਤੇ ਸਿੰਗਲਾ ਮੇਰਾ ਛੋਟਾ ਭਰਾ ਹੈ, ਮੈਂ ਮਾਫੀ ਮੰਗ ਲੈਣਾ ਨਾ।
ਗਾਲਾਂ ਨਾ ਨਾ ਗਾਲਾਂ ਸੇਖੜੀ ਸਾਹਿਬ ਨੇ ਨਹੀਂ ਨਾ ਕੱਢੀਆਂ, ਗਾਲਾਂ ਸੇਖੜੀ ਸਾਹਿਬ ਨੇ ਨਹੀਂ ਕੱਢੀਆਂ। ਚਲੋ ਤੁਸੀਂ ਜਿਨ੍ਹਾਂ ਨੂੰ ਕੱਢੀਆਂ ਗਾਲਾਂ ਨਾ ਸਿੰਗਲਾ ਸਾਹਿਬ ਨੇ, ਮੈਂ ਉਹਨਾਂ ਤੋਂ ਪੁੱਛ ਲੈਣਾ ਉਹਨਾਂ ਨੂੰ ਪ੍ਰਵਾਨ ਹੈ ਤਾਂ ਮੈਂ ਪ੍ਰਵਾਨ ਕਰ ਲੈਂਦੇ ਨੇ। ਹਾਂਜੀ ਤੁਹਾਨੂੰ ਪ੍ਰਵਾਨ ਹੈ ਜੀ, ਉਹ ਮਾਫੀ ਮੰਗ ਰਹੇ ਨੇ। ਦੇਖੋ ਜੀ, ਜਿਹਦੀ ਗਲਤੀ ਉਹੀ ਮੰਨੇ ਤੇ ਉਹੀ ਮਾਫੀ ਮੰਗੇ। ਔਰ ਅਸੀਂ ਆਪਦੇ ਵੱਲੋਂ ਕਹਿੰਦੇ ਆ ਕਿ ਅਧਿਆਪਕਾਂ ਨੇ ਤਾਂ ਸ਼ਾਂਤ ਹੋਣਾ, ਜਾਂ ਤਾਂ ਉਹ ਮਾਫੀ ਮੰਗ ਲੈਣ, ਨਹੀਂ ਤਾਂ ਨੈਤਿਕ ਤੌਰ ਤੇ ਕੈਬਨਿਟ ਚੋਂ ਬਾਹਰ ਜਾਣ। ਇਸ ਤੋਂ ਘੱਟ ਨਹੀਂ ਚੱਲਣਾ, ਕਿਉਂਕਿ ਅਧਿਆਪਕਾਂ ਦਾ ਮਾਨ ਸਨਮਾਨ ਜਿਹੜਾ ਹੈ ਜਿਸ ਦੇਸ਼ ਦੇ ਅੰਦਰ ਨਹੀਂ ਹੋਏਗਾ ਉਹ ਦੇਸ਼ ਕਦੇ ਤਰੱਕੀ ਨਹੀਂ ਕਰੇਗਾ। ਇਹ ਦੁਨੀਆ ਭਰ ਦੇ ਵਿੱਚ ਸਾਬਤ ਹੈ, ਸਿੱਧ ਹੈ। ਇਸ ਕਰਕੇ ਸਾਡੇ ਮਾਨ ਸਨਮਾਨ ਸਵੈਮਾਨ ਦੇ ਉੱਤੇ ਕੋਈ ਇਸ ਕਿਸਮ ਦਾ ਸਮਝੌਤਾ ਨਹੀਂ ਹੋਏਗਾ। ਅਸੀਂ ਅੱਜ ਵੀ ਰੋਸ ਕੀਤਾ, 50,000 ਤੋਂ ਵੱਧ ਅਧਿਆਪਕਾਂ ਨੇ ਕਾਲੇ ਬਿੱਲੇ ਲਾ ਕੇ ਸਕੂਲਾਂ ਦੇ ਅੰਦਰ। ਕੱਲ ਤੇ ਪਰਸੋਂ ਜੇ ਇਹ ਗੱਲ ਨਹੀਂ ਮੁੱਕਦੀ ਤਾਂ ਅਸੀਂ ਉਹਨਾਂ ਦੀਆਂ ਅਰਥੀਆਂ ਸਾੜਾਂਗੇ। ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ, ਜ਼ਿਲ੍ਹਾ ਤਹਿਸੀਲਾਂ ਦੇ ਉੱਤੇ ਡੈਮੋਕ੍ਰੈਟਿਕ ਟੀਚਰ ਫਰੰਟ ਪੰਜਾਬ ਤੇ ਅਧਿਆਪਕ ਰਲ ਕੇ ਸਾਰੇ। ਅਗਲੀ ਗੱਲ ਇਹ ਹੈ ਕਿ ਅਧਿਆਪਕਾਂ ਦੇ ਮਸਲੇ ਕੀ ਨੇ, ਜੇ ਉਹ ਨਹੀਂ ਮੁੱਕੇ ਤੇ ਤਾਂ ਹੀ ਉਹ ਬੇਰੁਜ਼ਗਾਰ ਤੇ ਅਧਿਆਪਕ ਜਿਹੜੇ ਹੈ ਰੋਸ ਪ੍ਰਦਰਸ਼ਨ ਕਰਦੇ ਆ, ਤਾਂ ਸੜਕਾਂ ਤੇ ਨੇ। ਇਹ ਮਸਲੇ ਮੁੱਕ ਜਾਣ, ਮੈਨੂੰ ਲੱਗਦਾ ਕਿ ਕਦੇ ਕਿਸੇ ਨੂੰ ਕੋਈ ਸ਼ੌਕ ਨਹੀਂ ਹੈ ਕਿ ਉਹ ਸੜਕਾਂ ਤੇ ਆਉਣਗੇ। ਬਾਕੀ ਇਹ ਸਾਡਾ ਕਾਨੂੰਨੀ ਹੱਕ ਵੀ ਆ ਕਿ ਜਿੰਨੀਆਂ ਚੀਜ਼ਾਂ ਜੇ ਸਾਡੀਆਂ ਨਹੀਂ ਚੋਣ ਮੈਨੀਫੈਸਟੋ ਦੇ ਵਿੱਚ ਨੇ, ਕੋਈ ਵਾਰ ਨਹੀਂ ਹੈਗੇ। ਇਹ ਵੱਖਰੀ ਗੱਲ ਹੈ ਕਿ 72 ਸਾਲਾਂ ਤੋਂ ਚੋਣ ਮੈਨੀਫੈਸਟੋ ਜਿਹੜਾ ਨਾ ਇੱਕ ਜਨਾਜ਼ਾ, ਇੱਕ ਡਰਾਮਾ ਬਣਾਇਆ ਹੋਇਆ ਸਾਰਿਆਂ ਨੇ, ਉਸ ਨੂੰ ਉਦੋਂ ਲਿਆ ਕੇ ਵੋਟਾਂ ਵੇਲੇ ਲੋਕਾਂ ਦੇ ਵਿੱਚ ਪ੍ਰਚਾਰਿਆ ਜਾਂਦਾ ਤੇ ਬਾਅਦ ਚ ਪਾੜ ਕੇ ਪਾਸੇ ਸੁੱਟ ਦਿੱਤਾ ਜਾਂਦਾ। ਲੇਕਿਨ ਅਸੀਂ ਇਹਨੂੰ ਇਸ ਦਾ ਨਹੀਂ ਛੱਡਾਂਗੇ ਕਿ ਐਦਾਂ ਹੋਈ ਜਾਵੇ ਕਿ ਚੋਣ ਮੈਨੀਫੈਸਟੋ ਦੇ ਵਿੱਚ ਮੰਗਾਂ ਵੀ ਹੋਣ, ਸਾਰੀਆਂ ਮੰਨੀਆਂ ਵੀ ਹੋਣ, ਲਾਗੂ ਕਰਨ ਦੇ ਵਾਅਦੇ ਵੀ ਹੋਣ, ਤੇ ਮੁੜ ਕੇ ਜਦੋਂ ਅਸੀਂ ਕਹੀਏ ਕਿ ਲਾਗੂ ਕਰ ਦਿਓ, ਫਿਰ ਸਾਡੇ ਤੇ ਡਾਂਗਾਂ ਵੀ ਪੈਣ, ਸਾਡੇ ਤੇ ਕੇਸ ਵੀ ਦਰਜ ਹੋਣ, ਸਾਨੂੰ ਜੇਲ੍ਹਾਂ 'ਚ ਵੀ ਭੇਜਿਆ ਜਾਵੇ, ਸਾਡੇ ਤੇ ਪਾਣੀ ਦੀਆਂ ਵਿਛਾੜਾਂ ਵੀ ਮਾਰਿਆ ਜਾਣ ਔਰ ਸਾਨੂੰ ਗਾਲਾਂ ਵੀ ਕੱਢੀਆਂ ਜਾਣ। ਇਹ ਬਰਦਾਸ਼ਤ ਨਹੀਂ ਹੋਏਗਾ, ਬਿਲਕੁਲ ਨਹੀਂ ਹੋਏਗਾ। ਮੁਲਾਜ਼ਮ ਜਥੇਬੰਦੀਆਂ ਦੇ ਪ੍ਰਧਾਨ ਵੀ ਤੇ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਕਿ ਸਿੰਗਲਾ ਸਾਹਿਬ ਨੂੰ ਨੈਤਿਕਤਾ ਦੇ ਆਧਾਰ ਤੇ ਇਸ ਕੁਰਸੀ ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ। ਹੋ ਸਕਦਾ, ਮੈਂ ਹੋ ਸਕਦਾ ਇਸ ਲਈ ਕਹਿ ਰਿਹਾ ਕਿ ਕੋਈ ਹੋਰ ਅਹੁਦਾ ਹੁੰਦਾ, ਕੋਈ ਹੋਰ ਮੰਤਰੀ ਹੁੰਦਾ, ਸ਼ਾਇਦ 1% ਬਰਦਾਸ਼ਤ ਕੀਤਾ ਜਾ ਸਕਦਾ ਸੀ। ਉਹ ਮੰਤਰੀ ਜਿਹਦਾ ਸਿੱਧਾ ਲੈਣ ਦੇਣਾ ਸਿੱਖਿਆ ਨਾਲ ਹੈ, ਵਿਦਿਆਰਥੀਆਂ ਨਾਲ ਹੈ, ਅਧਿਆਪਕਾਂ ਦੇ ਨਾਲ ਹੈ, ਨੈਤਿਕਤਾ ਦੇ ਨਾਲ ਹੈ, ਉਸ ਨੂੰ ਕੀ ਅਧਿਕਾਰ ਹੈ ਕਿ ਗਾਲਾਂ ਕੱਢਣ ਦੇ ਬਾਵਜੂਦ ਆਪਣੀ ਕੁਰਸੀ ਤੇ ਬੈਠਾ ਰਹੇ? ਦੇਖੋ, ਇਸ ਤਰ੍ਹਾਂ ਹੈ ਕਿ ਸਿੰਗਲਾ ਸਾਹਿਬ ਨੇ ਜਿਹੜਾ 1 ਸਾਲ ਦੇ ਵਿੱਚ ਕੰਮ ਕੀਤਾ ਉਹਨੂੰ ਤੇ ਨਜ਼ਰਅੰਦਾਜ਼ ਕੀਤਾ ਨਹੀਂ ਜਾ ਸਕਦਾ। ਮੈਂ ਤਾਂ ਸਮਝਦਾ ਕਿ ਉਹਨੇ ਆ ਕੇ ਸਿੰਗਲਾ ਨੇ ਦਿਨ ਰਾਤ ਮਿਹਨਤ ਕਰਕੇ ਉਹਨੇ ਐਜੂਕੇਸ਼ਨ ਦੇ ਸੁਧਾਰ 'ਚ ਬਹੁਤ ਵੱਡਾ ਕਦਮ ਚੁੱਕੇ ਨੇ। ਤੁਸੀਂ ਦੇਖੋ ਅੱਜ ਗਵਰਨਮੈਂਟ ਸਕੂਲਾਂ ਦਾ ਰਿਜ਼ਲਟ ਬੈਟਰ ਆਣਾ ਸ਼ੁਰੂ ਹੋ ਗਿਆ ਨਾ, ਨਕਲ ਬੰਦ ਹੋ ਗਈ ਨਾ, ਔਰ ਸਿੰਗਲਾ ਸਾਹਿਬ ਨੇ ਮੁਲਾਜ਼ਮ ਜਥੇਬੰਦੀ ਦੀਆਂ ਮੰਗਾਂ ਨੂੰ ਟੈਬਲੇਟ ਕਰਕੇ ਕੈਬਨਿਟ 'ਚ ਜਾ ਕੇ ਮਨਜ਼ੂਰੀ ਦਿਵਾ ਕੇ ਅਧਿਆਪਕਾਂ ਨੂੰ ਰਾਹਤ ਦਿੱਤੀ ਹੈ। ਮੈਂ ਤਾਂ ਇਹ ਨਹੀਂ ਸਮਝ ਰਿਹਾ ਕਿ ਕੱਲ ਨੂੰ ਸੈਕਟਰੀ ਸਾਹਿਬ ਕੈਪਟਨ ਅਮਰਿੰਦਰ ਵੀ ਕੁਝ ਕਹਿ ਦੇਣਗੇ, ਫਿਰ ਤਾਂ ਉਹਨਾਂ ਦਾ ਉਹਦਾ ਸਭ ਤੋਂ ਵੱਡਾ, ਉਹਨਾਂ ਨੇ ਤਾਂ 3 ਸਾਲਾਂ ਦੇ ਵਿੱਚ ਬਹੁਤ ਕੁਝ ਪੰਜਾਬ ਦਾ ਕਰਤਾ। ਕੀ ਜਸਟੀਫਾਈ ਹੈ ਕਿ ਜਿਹੜਾ ਬੰਦਾ ਲੋਕਾਂ ਦੇ ਕੰਮ ਕਰਦਾ ਤੇ ਲੋਕਾਂ ਨੂੰ ਗਾਲਾਂ ਵੀ ਕੱਢ ਸਕਦਾ? ਦੇਖੋ ਮੇਰੀ ਗੱਲ ਸੁਣੋ, ਮੈਂ ਗਾਲਾਂ ਕੱਢਣ ਵਾਲਾ ਮਸਲਾ ਤਾਂ ਤੁਹਾਡਾ ਪਹਿਲਾਂ ਹੀ ਸੋਲਵ ਕਰਤਾ ਕਿ ਆਸ਼ੂ ਜੀ ਤੇ ਸਿੰਗਲਾ ਜੀ ਮੇਰੇ ਛੋਟੇ ਭਰਾ ਨੇ ਤੇ ਮੈਂ ਉਹਨਾਂ ਦਾ ਵੱਡਾ ਭਰਾ ਵਾਂ। ਅਗਰ ਸਲਿਪ ਆਫ ਦੀ ਟੰਗ ਹੋਈ ਹੈ, ਮੈਂ ਨਹੀਂ ਸੁਣਿਆ ਹੈਗਾ, ਮੈਨੂੰ ਤੁਸੀਂ ਦੱਸਿਆ ਟੀਵੀ ਦੇ ਉੱਤੇ, ਅਗਰ ਹੋਈ ਹੈ ਤੇ ਆਈ ਫੀਲ ਸੌਰੀ ਫॉर दैट। ਪਤਾ ਨਹੀਂ ਕਿਵੇਂ ਦੇ ਤੁਸੀਂ ਦੋਸਤ ਹੋ, ਤੁਸੀਂ ਕਹਿੰਦੇ ਦੋਸਤ ਹੋ ਤੇ ਤੁਸੀਂ ਸੁਣੇ ਹੀ ਨਹੀਂ, ਤੁਹਾਡੇ ਤੱਕ ਖਬਰ ਨਹੀਂ ਪਹੁੰਚੀ। ਸੇਖੜੀ ਸਾਹਿਬ, ਐਡੀ ਵੱਡੀ ਖਬਰ ਹੈ ਪੂਰੇ ਪੰਜਾਬ ਦੇ ਵਿੱਚ ਤੇ ਤੁਹਾਡੇ ਤੱਕ ਖਬਰ ਹੀ ਨਹੀਂ ਪਹੁੰਚੀ। ਚਲੋ 1 ਮਿੰਟ ਆਈ ਨਾ, ਮੈਂ 1 ਮਿੰਟ ਆ ਜਾਂਦਾ ਮੈਂ ਸੇਖੜੀ ਸਾਹਿਬ, ਠੀਕ ਹੈ, ਮੈਂ 1 ਮਿੰਟ ਆਡੀਓ ਸੁਣਾਈ ਨਾ, ਮੈਂ ਆਡੀਓ ਨਹੀਂ ਸੀ ਸੁਣੀ। ਠੀਕ ਹੈ ਗਰਗ ਸਾਹਿਬ, ਇਹ ਕਹਿ ਰਹੇ ਨੇ ਕਿ ਤੁਸੀਂ ਵੀ ਡਿਮਾਂਡ ਕੀਤੀ ਹੈ ਕਿ ਉਹਨਾਂ ਨੂੰ ਅਹੁਦੇ ਤੇ ਰਹਿਣ ਦੀ ਹੈ ਨਹੀਂ ਹੈ ਕਿਉਂਕਿ ਜੋ ਉਹਨਾਂ ਨੇ ਕੰਮ ਕੀਤਾ, ਪਰ ਉਹ ਕਹਿੰਦੇ ਨੇ ਕਿ 1 ਸਾਲ ਦਾ ਕਾਰਜਕਾਲ ਉਹਨਾਂ ਦਾ ਵੇਖਿਆ ਕਿ ਪੰਜਾਬ ਦੇ ਸਿੱਖਿਆ ਤੰਤਰ ਦਾ ਢਾਂਚਾ ਬਦਲ ਕੇ ਰੱਖ ਦਿੱਤਾ, ਇਸ ਕਰਕੇ ਉਸ ਨੂੰ ਤੁਸੀਂ ਨਜ਼ਰਅੰਦਾਜ਼ ਕਿਵੇਂ ਕਰ ਸਕਦੇ ਹੋ? ਕੰਮ ਦਾ ਅੰਦਾਜ਼ਾ ਤਾਂ ਇਸੇ ਤੋਂ ਲਗਾਇਆ ਜਾ ਸਕਦਾ ਅੱਜ ਪੰਜਾਬ ਦੀ ਜਿਹੜੀ ਜਨਤਾ ਇਹ ਮਹਿਸੂਸ ਕਰਦੀ ਆ ਅਸੀਂ ਖੂਹ ਚੋਂ ਨਿਕਲ ਕੇ ਖਾਈ 'ਚ ਡਿੱਗ ਪਏ। ਪਿਛਲੇ 10 ਸਾਲਾਂ ਦਾ ਜਿਹੜਾ ਸੰਤਾਪ ਸੀ 2007 ਤੋਂ ਲੈ ਕੇ 2017 ਤੱਕ ਦਾ, ਉਹ ਸੰਤਾਪ ਹੋ ਗਿਆ। ਬੜੀ ਉਮੀਦਾਂ ਦੇ ਨਾਲ ਕੈਪਟਨ ਸਰਕਾਰ ਨੂੰ ਲੈ ਕੇ ਆਂਦਾ ਸੀ। ਉਮੀਦ ਕੀ ਸੀ ਕਿ ਕਿਸਾਨਾਂ ਦੇ ਮਸਲੇ ਹੱਲ ਹੋਣਗੇ, ਉਮੀਦ ਕੀ ਸੀ ਨੌਜਵਾਨਾਂ ਦੇ ਮਸਲੇ ਹੱਲ ਹੋਣਗੇ, ਉਮੀਦ ਕੀ ਸੀ ਅਧਿਆਪਕਾਂ ਦੇ ਮਸਲੇ ਹੱਲ ਹੋਣਗੇ, ਉਮੀਦ ਸੀ ਕਿ ਬੇਰੁਜ਼ਗਾਰਾਂ ਦੇ ਮਸਲੇ ਹੱਲ ਹੋਣਗੇ, ਪਰ ਹੋਇਆ ਕੀ, ਮਿਲਿਆ ਕੀ? ਕਿਸ ਮੁਕਾਮ ਦੇ ਉੱਤੇ ਪੰਜਾਬ ਨੂੰ ਇਹਨਾਂ ਨੇ ਪਹੁੰਚਾਤਾ? ਐਜੂਕੇਸ਼ਨ ਦੇ ਵਿੱਚ ਜੇ ਇਹਨਾਂ ਨੇ ਸੁਧਾਰ ਕੀਤੇ ਆ, ਸਾਰਿਆਂ ਤੋਂ ਪਹਿਲਾਂ ਚਾਹੀਦਾ ਹੈਗਾ ਸਰਕਾਰੀ ਸਕੂਲਾਂ ਦੇ ਵਿੱਚ ਗਰੀਬਾਂ ਦੇ ਬੱਚੇ ਪੜ੍ਹਦੇ ਆ, ਅਨੁਸੂਚਿਤ ਜਾਤੀਆਂ ਦੇ ਬੱਚੇ ਪੜ੍ਹਦੇ ਆ, ਉੱਥੇ ਕੋਈ ਵੱਡੇ ਧਨਾਡਾ ਦੇ ਬੱਚੇ ਨਹੀਂ ਪੜ੍ਹਦੇ, ਵੱਡੇ ਧਨਾਡਾ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ। ਕੀ ਉੱਥੇ ਇਹਨਾਂ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਪੈਦਾ ਹੋਇਆ?
ਕੀ ਉੱਥੇ ਉਹਨਾਂ ਨੂੰ ਕਈ ਸਕੂਲ ਤਾਂ ਇਹੋ ਜਿਹੇ ਆ ਜਿੱਥੇ ਬੈਠਣ ਵਾਸਤੇ ਟਾਟ ਹੈ ਨਹੀਂ, ਸੈਂਕੜੇ ਸਕੂਲ ਇਦਾਂ ਦੇ ਹੈਗੇ ਜਿੱਥੇ ਇੱਕ ਅਧਿਆਪਕ ਪੂਰਾ ਸਕੂਲ ਚਲਾ ਰਿਹਾ ਹੈਗਾ, ਬਹੁਤ ਸਾਰੇ ਸਕੂਲਾਂ ਦੇ ਵਿੱਚ ਇੱਕ ਵੀ ਅਧਿਆਪਕ ਹੈ ਨਹੀਂ। ਅੱਜ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜੇਕਰ ਮਜਬੂਰੀ ਬਸ ਗਰੀਬ ਆਪਣਾ ਬੱਚੇ ਨੂੰ ਭੇਜਦਾ ਹੈ ਤਾਂ ਜਿਸ ਤਰੀਕੇ ਨਾਲ ਉਹ ਮਨਮਾਨੀਆਂ ਫੀਸਾਂ ਲੈਂਦੇ ਨੇ, ਤੇ ਕਿਹਨੂੰ ਤੁਸੀਂ ਕੀ ਕਹਿ ਸਕਦੇ ਹੋ ਕਿ ਮਤਲਬ 1 ਸਾਲ ਦੇ ਵਿੱਚ ਜਿਹੜਾ ਇਦਾਂ ਦਾ ਸੁਧਾਰ ਕਰਤਾ? ਦੇਖੋ ਦੀਪਾ ਜੀ ਪੰਜਾਬ ਯੂਨੀਵਰਸਿਟੀ ਪ੍ਰਧਾਨ ਰਹੇ, ਮੈਂ ਵੀ ਪੰਜਾਬ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਰਿਹਾ ਔਰ ਮੇਰਾ 37 ਸਾਲ ਦਾ ਪਬਲਿਕ ਲਾਈਫ ਦੇ ਵਿੱਚ ਐਕਸਪੀਰੀਅੰਸ ਹੈ। ਦੀਪਾ ਜੀ ਵੀ ਮੇਰੇ ਨਾਲ ਆਪਾਂ ਚਲੋ ਕੋਈ ਐਮਐਲਏ ਬਣ ਗਿਆ, ਕੋਈ ਨਾ ਬਣਿਆ, ਸਰਕਾਰੀ ਸਕੂਲਾਂ ਦਾ ਸੁਧਾਰ ਇੱਕੋ ਤਰੀਕੇ ਨਾਲ ਹੋ ਸਕਦਾ ਹੈ। ਅਗਰ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਟੀਚਰ ਆਪਣੇ ਬੱਚਿਆਂ ਨੂੰ ਉੱਥੇ ਪੜ੍ਹਾਉਣ, ਅਗਰ ਡਿਪਟੀ ਕਮਿਸ਼ਨਰ ਦਾ ਬੱਚਾ ਉਸ ਸਕੂਲ 'ਚ ਪੜ੍ਹੇ, ਅਗਰ ਐਸਐਸਪੀ ਦਾ ਬੱਚਾ ਉੱਥੇ ਪੜ੍ਹੇ, ਅਗਰ ਐਮਐਲਏ ਦਾ ਬੱਚਾ ਉੱਥੇ ਪੜ੍ਹੇ, ਤੇ ਫਿਰ ਸਰਕਾਰੀ ਸਕੂਲਾਂ ਦਾ ਸੁਧਾਰ ਹੋਣਾ, ਨਹੀਂ ਤਾਂ ਨਹੀਂ ਹੋ ਸਕਦਾ। ਤਾਂ ਸ਼ੁਰੂਆਤ ਕਿੱਥੋਂ ਕਰੀਏ ਸੈਕਟਰੀ ਸਾਹਿਬ? ਐਮਐਲਏ ਤੋਂ ਜਿੰਨਾ ਚਿਰ ਇਨਵੋਲਵ ਆਪਣੇ ਆਪ ਨੂੰ ਨਹੀਂ ਕਰਾਂਗੇ ਉਹ ਸਕੂਲਾਂ ਸੁਧਾਰ ਨਹੀਂ ਹੋ ਸਕਦਾ। ਚਲੋ 1 ਮਿੰਟ ਆਇਆ ਹੁਣ ਮੈਂ। ਹਾਂਜੀ, ਸ਼ੁਰੂਆਤ ਮੈਂ ਪਹਿਲੇ ਸਮਝਦਾ ਕਦਮ ਤੇ ਵੈਸੇ ਟੀਚਰਾਂ ਤੋਂ ਕਰਨੀ ਚਾਹੀਦੀ ਹੈ। ਮੈਂ ਉਹਨਾਂ ਦਾ ਵੀ ਐਕਸ਼ਨ ਲੈ ਲੈਣਾ, ਮੈਂ ਰਿਐਕਸ਼ਨ ਲੈ ਲੈਣਾ ਸ਼ੁਰੂਆਤ ਉਹਨਾਂ ਜੀ ਦਾ ਆਪਾਂ ਵੀ, ਤੁਹਾਡੇ ਤੋਂ ਪੋਲੀਟੀਕਲ ਸੇਖੜੀ ਜੀ, ਸ਼ੁਰੂਆਤ ਮੇਰਾ ਖਿਆਲ ਜੀ ਆਪਾਂ ਪੋਲੀਟੀਕਲ ਲੋਕ ਇਹ ਗੱਲ ਕਰ ਰਹੇ ਆ ਤੇ ਸ਼ੁਰੂਆਤ ਆਪਣੇ ਤੋਂ ਹੋਣੀ ਚਾਹੀਦੀ ਹੈ। ਜੇ ਆਪਾਂ ਵਹਾਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ, ਹਾਂ ਯੈਸ ਮੈਂ ਸਮਝਦਾ ਕਿ ਟੀਚਰ ਕਿਉਂ ਨਾ ਕਰਨ, ਟੀਚਰ ਵੀ ਕਰਨ, ਉਹ ਪਿੱਛੇ ਆਪਣੇ ਲੱਗਣ, ਪਹਿਲਾਂ ਆਪਾਂ ਲੱਗੀ ਅੱਗੇ। ਦੇਖੋ ਆਪਾਂ ਦੂਜੇ ਨੂੰ ਕਹਿਣਾ ਬੜਾ ਸੌਖਾ ਹੈ, ਟੀਚਰ ਅੱਗੇ ਲੱਗੇ ਐਮਐਲਏ ਮਗਰ ਚੱਲੇ ਇਸ ਕੰਮ। ਚਲੋ ਐਜੂਕੇਸ਼ਨ ਦੀ ਲਾਈਟ ਤੇ ਟੀਚਰ ਤੇ ਹੱਥ ਚੜਨਾ। ਚਲੋ ਮੈਂ ਜਵਾਬ ਲੈ ਲੈਣਾ ਇਹਨਾਂ ਤੋਂ। ਦੀਪਾ ਜੀ ਤੁਸੀਂ ਗੱਲ ਖਤਮ ਕਰੋ, ਫਿਰ ਮੈਂ ਵਾਪਸ ਆਣਾ। 1 ਮਿੰਟ ਆਇਆ ਸੈਕਟਰੀ ਸਾਹਿਬ। ਡਿਪਟੀ ਕਮਿਸ਼ਨਰ ਚੱਲੇ, ਠੀਕ ਹੈ ਨਾਲੇ ਐਸਐਸਪੀ ਚੱਲੇ, ਨਾਲ ਸਾਰੇ ਸਰਕਾਰੀ ਮੁਲਾਜ਼ਮ ਚੱਲਣ, ਫਿਰ ਕਰੋ। ਠੀਕ ਹੈ ਸੈਕਟਰੀ ਸਾਹਿਬ ਆ ਜਾਣਾ ਮੈਂ। ਹਾਂਜੀ ਦੀਪਾ ਜੀ ਗੱਲ ਹੈ, ਨੀਲ ਗਰਗ ਜੀ ਨੇ ਪਿਛਲੇ 10 ਸਾਲ ਦਾ ਵੀ ਜ਼ਿਕਰ ਕੀਤਾ। ਇਹ ਮੈਂ ਸਮਝਦਾ ਕਿ ਜੋ ਆਪਾਂ ਗੱਲਾਂ ਕਰਨੀਆਂ ਕਿ ਜੀ ਆ 10 ਸਾਲਾਂ 'ਚ ਹੋਇਆ ਜੀ, ਆ ਅਗਲੇ 5 ਸਾਲਾਂ 'ਚ, ਇਹ ਆਪਾਂ ਜਦੋਂ ਵੀ ਇਲੈਕਸ਼ਨ ਹੁੰਦੇ ਆ ਸਟੇਜਾਂ ਤੇ ਬੜਾ ਕੁਝ ਕਹਿੰਦੇ ਆ, ਤੇ ਲੋਕ ਜੋ ਠੀਕ ਹੁੰਦਾ ਉਸ ਹਿਸਾਬ ਨਾਲ ਉਸ ਪਾਰਟੀ ਨੂੰ ਲਿਆਉਂਦੇ ਆ ਤੇ ਦੂਜਿਆਂ ਨੂੰ ਰਿਜੈਕਟ ਕਰ ਦਿੰਦੇ। ਵਾਰ-ਵਾਰ ਇਹਨਾਂ ਨੂੰ ਰਿਜੈਕਟ ਕੀਤਾ। ਇਹਨਾਂ ਤੋਂ ਹੀ ਬਹੁਤ ਉਮੀਦਾਂ ਲਾਈਆਂ ਸੀ ਲੋਕਾਂ ਨੇ, ਪਿਛਲੀ 4 ਸੀਟਾਂ ਦਿੱਤੀਆਂ ਸੀ ਪਾਰਲੀਮੈਂਟ ਦੀਆਂ, ਫਿਰ ਇਹਨਾਂ ਨੂੰ 20 ਸੀਟਾਂ ਦੇ ਕੇ ਵਿਰੋਧੀ ਧਿਰ ਦਾ ਵੀ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ, ਪਰ ਆਪਦੀ ਜ਼ਿੰਮੇਵਾਰੀ ਤੋਂ ਇਹ ਭੱਜ ਗਏ, ਬਿਲਕੁਲ ਜ਼ਿੰਮੇਵਾਰੀ ਨਿਭਾ ਹੀ ਨਹੀਂ ਰਹੇ। ਤੋ ਅੱਜ ਇਹ ਗੱਲਾਂ ਕਰਨੀਆਂ ਟੀਵੀ ਤੇ ਬਹਿ ਕੇ ਬਹੁਤੀਆਂ ਸ਼ੋਭਾ ਨਹੀਂ ਦਿੰਦੀਆਂ, ਪਰ ਚਲੋ ਇੱਕ ਮੌਕਾ ਮਿਲਦਾ ਕਰਨੀਆਂ ਚਾਹੀਦੀਆਂ। ਇਹ ਲੋਕਾਂ ਨੂੰ ਪਤਾ ਹੈ, ਲੋਕਾਂ ਨੂੰ ਪੰਜਾਬ ਦਿਆਂ ਨੂੰ ਪਤਾ ਹੈ ਕਿ ਆਦਰਸ਼ ਸਕੂਲ ਕਿਹੜੇ ਵੇਲੇ ਖੁੱਲੇ, ਕਿਹੜੀ ਸਰਕਾਰ 'ਚ ਖੁੱਲੇ, ਮੈਰੀਟੋਰੀਅਸ ਸਕੂਲ ਕਿਹੜੀ ਸਰਕਾਰ 'ਚ ਖੁੱਲੇ, ਕਿਵੇਂ ਸਕੂਲਾਂ ਦਾ ਜਿੰਨਾ ਕੁ ਇਹ ਕਹੀਏ ਕਿ ਅਸੀਂ ਸਾਰੇ ਦੇਸ਼ ਤੋਂ ਅਲੱਗ ਆ। ਅਕਾਲੀ ਦਲ ਦੀ ਸਰਕਾਰ ਆਈ, ਉਹਨੇ ਬਾਕੀ ਸਟੇਟਾਂ ਨਾਲੋਂ ਵੀ ਐਜੂਕੇਸ਼ਨ ਸਿਸਟਮ ਨੂੰ ਬਹੁਤ ਅੱਗੇ ਲੈ ਗਏ, ਬਹੁਤ ਅੱਗੇ ਤਾਂ ਨਹੀਂ ਲੈ ਗਏ ਪਰ ਦੂਜਿਆਂ ਨਾਲੋਂ ਫਿਰ ਵੀ ਬਹੁਤ ਉਹਨਾਂ 5 ਔਰ ਉਹਨਾਂ 10 ਸਾਲਾਂ ਐਜੂਕੇਸ਼ਨ ਸਿਸਟਮ ਤੇ ਪਹਿਲੇ 5 ਸਾਲਾਂ ਹੀ ਕੁਝ ਹੋਇਆ ਸੀ। ਅੱਜ ਦੀ ਡਿਬੇਟ ਆਪਣੀ ਕੁਝ ਹੋਰ ਹੈ। ਅਗਲੇ 5 ਸਾਲ ਸਰਕਾਰ ਨੇ ਦਿੱਤੇ ਸੀ। ਅੱਜ ਦੀ ਡਿਬੇਟ ਆਪਣੀ ਐਜੂਕੇਸ਼ਨ ਤੇ ਨਹੀਂ ਹੈ, ਅੱਜ ਆਪਣੀ ਡਿਬੇਟ ਹੈਗੀ ਹੈ ਸਿਆਸਤਦਾਨਾਂ ਦੀ ਸਹਿਣਸ਼ੀਲਤਾ ਦੇ ਉੱਤੇ, ਉਹਨਾਂ ਦੇ ਬੋਲ ਬਲਈਏ ਦੇ ਉੱਤੇ, ਉਹਨਾਂ ਦੇ ਰਵੱਈਏ ਦੇ ਉੱਤੇ। ਇਹਦੇ ਤੇ ਆਪਾਂ ਫੋਕਸ ਰੱਖੀਏ। 1 ਮਿੰਟ। ਹਾਂਜੀ ਪੁਨੀਆ ਸਾਹਿਬ ਤੁਸੀਂ ਕੁਝ ਕਹਿਣਾ ਮੈਂ ਤਾਂ ਕੀ ਕਹਿਣਾ ਚਾਹੁੰਦਾ ਜੀ ਵੀ ਸਾਲ ਤਾਂ ਉਹਨਾਂ ਨੂੰ ਕੋਈ ਮੰਤਰੀ ਬਣਿਆ ਨੂੰ ਹੋਇਆ ਨਹੀਂ, 6 ਮਹੀਨੇ ਦਾ ਸਮਾਂ ਹੋਇਆ। ਬਿਲਕੁਲ ਇਹ ਗਲਤ ਹੈ। ਦੂਸਰਾ ਹੈਗਾ ਕਿ ਰਿਜ਼ਲਟ ਆ ਗਏ, 6 ਮਹੀਨੇ ਦਾ ਹਾਲੇ ਕੋਈ ਰਿਜ਼ਲਟ ਹੀ ਨਹੀਂ ਆਇਆ ਜੀ। ਰਿਜ਼ਲਟ ਤਾਂ ਮਾਰਚ 'ਚ ਆਉਣੇ ਆ ਜੀ। ਇਹ ਮੇਰੇ ਖਿਆਲ ਉਹਨਾਂ ਦੇ ਗਿਆਨ 'ਚ ਵਾਧਾ ਹੋਣਾ ਚਾਹੀਦਾ। ਫਿਰ ਇਹ ਗੱਲ ਹੈ ਕਿ ਜੋ ਕੁਛ ਕੀਤਾ ਜਾ ਰਿਹਾ ਉਹ ਕੁਝ ਵੀ ਨਹੀਂ ਹੈ। ਅਸੀਂ ਕਹਿੰਦੇ ਆ ਕਾਮਨ ਸਕੂਲ ਸਿਸਟਮ, ਉਹਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਐਮਐਲਏ, ਅਫਸਰਸ਼ਾਹੀ ਅਧਿਆਪਕ ਦਾ ਬੱਚਾ ਬਿਲਕੁਲ ਸਰਕਾਰੀ ਸਕੂਲਾਂ 'ਚ ਚਾਹੀਦਾ। ਅਸੀਂ ਲਾਵਾਂਗੇ, ਅਸੀਂ ਵਾਅਦਾ ਕਰਦੇ ਹਾਂ, ਇਸ ਗੱਲ ਦੀ ਕਮਿਟਮੈਂਟ ਦਿੰਦੇ ਹਾਂ। ਇਲਾਹਾਬਾਦ ਯੂਨੀਵਰਸਿਟੀ ਕੋਰਟ ਨੇ ਇਹਦੇ 'ਚ ਆਰਡਰ ਵੀ ਪਾਸ ਕੀਤਾ ਕਿ ਤਾਂ ਹੀ ਸਿੱਖਿਆ ਦੇ ਨਾਲ ਸਹੀ ਠੀਕ ਦੇਸ਼ ਦਾ, ਕੌਮ ਦਾ ਵਿਕਾਸ ਹੋ ਸਕਦਾ ਹੈ ਜੇ ਸਾਰਿਆਂ ਲੋਕਾਂ ਦੇ, ਸਾਰੇ ਪੱਧਰ ਦੇ ਉਹਨਾਂ ਦੇ ਬੱਚੇ ਜਿਹੜੇ ਆ ਉਹ। ਸੈਕਟਰੀ ਸਾਹਿਬ ਕਹਿੰਦੇ ਸ਼ੁਰੂਆਤ ਤੁਸੀਂ ਕਰੋ, ਤੁਸੀਂ ਕਰਦੇ ਹੋ ਸ਼ੁਰੂਆਤ? ਅਸੀਂ ਵੀ ਕਰਦੇ ਆ ਜੀ, ਸਾਡੇ ਵੀ ਬੱਚੇ ਪੜ੍ਹਾਏ ਆ, ਅਸੀਂ ਵੀ ਆਪ ਵੀ ਪੜ੍ਹੇ ਆ, ਅੱਗੇ ਵੀ ਪੜ੍ਹਾ ਰਹੇ ਆ ਬਹੁਤ ਸਾਰੇ ਅਧਿਆਪਕ। ਲੇਕਿਨ ਜਿੱਥੇ ਅਧਿਆਪਕ ਨਹੀਂ ਆ ਉੱਥੇ ਕੋਈ ਕਿਉਂ ਪੜ੍ਹਾਏਗਾ? ਜਿੱਥੇ ਪੂਰੀ ਬਿਲਡਿੰਗ ਨਹੀਂ ਹੈ ਕਿਉਂ ਪੜ੍ਹਾਏਗਾ? ਪੂਰਾ ਇਨਫਰਾਸਟ੍ਰਕਚਰ ਨਹੀਂ ਹੈ ਕਿਉਂ ਪੜ੍ਹਾਏਗਾ? ਇਸ ਕਰਕੇ ਹੈ। ਬਾਕੀ ਅਸੀਂ ਕਹਿੰਦੇ ਆ ਕਿ ਸਿੱਖਿਆ ਚਾਹੀਦੀ ਹੋਈ ਜਿਹੜੀ ਆ ਜਨਤਕ ਹੈ, ਇਹ ਪ੍ਰਾਈਵੇਟ ਅਦਾਰੇ ਨਹੀਂ ਚਾਹੀਦੇ। ਇਸ ਕਰਕੇ ਉਹਨਾਂ ਨੂੰ ਉਤਸ਼ਾਹਿਤ ਕੌਣ ਕਰਦਾ ਹੈ? ਪਾਲਿਸੀਜ਼ ਤੇ ਇਹ ਸਰਕਾਰਾਂ, ਤਾਂ ਉਹਨਾਂ ਦੀ ਅਟਰੈਕਸ਼ਨ ਬਣੀ ਹੋਈ ਹੈ। ਜੇ ਸਾਡੇ ਸਕੂਲ ਹੋਣ ਤਾਂ ਇਹ ਅਮਰੀਕਾ ਵਰਗੇ ਦੇਸ਼ ਦੇ ਵਿੱਚ ਜਿਹੜਾ ਜਨਤਕ ਸਿੱਖਿਆ ਹੈਗੀ ਉੱਥੇ ਪ੍ਰਾਈਵੇਟ ਸਕੂਲ ਲੱਭਦਾ ਨਹੀਂ ਛੇਤੀ ਕੀਤੀਆਂ। ਸਾਡੀ ਟੀਮ ਉੱਥੇ ਜਾ ਕੇ ਆਈ ਹੈ ਤੇ ਇਸ ਲਈ ਸਾਡੇ ਲਈ ਇਹ ਮਸਲਾ ਹੀ ਨਹੀਂ ਹੈ। ਅਸੀਂ ਤਿਆਰ ਹਾਂ ਆਪਣੇ ਬੱਚੇ ਸਕੂਲਾਂ 'ਚ ਪੜ੍ਹਾਉਣ ਨੂੰ, ਲੇਕਿਨ ਇਹ ਸਭ ਤੇ ਲਾਗੂ ਹੋਣਾ ਚਾਹੀਦਾ। ਇਹ ਸਾਡੇ ਕਮਿਸ਼ਨ ਵੀ ਕਹਿੰਦੇ ਆ, ਘੱਟੋ ਘੱਟ ਸਾਡਾ ਮੁੱਢਲਾ ਢਾਂਚਾ ਅਜਿਹਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਭਾਵੇਂ ਉਹ ਅਧਿਆਪਕ ਦਾ ਬੱਚਾ ਹੋਵੇ ਜਾਂ ਮੰਤਰੀ ਦਾ ਬੱਚਾ ਹੋਵੇ, ਪਾਣ ਤੋਂ ਗੁਰੇਜ਼ ਨਾ ਕਰੇ। 1 ਮਿੰਟ ਆ ਜਾਣਾ ਮੈਂ ਤੁਹਾਡੇ ਕੋਲ। ਪ੍ਰੋਫੈਸਰ ਮਨਜੀਤ ਜੀ, ਕੁਝ ਵਿਰੋਧੀ ਤਰ੍ਹਾਂ ਕਹਿੰਦੀਆਂ ਨੇ ਕਿ ਇੱਕ ਫਰਸਟ੍ਰੇਸ਼ਨ ਐਸੀ ਹੁੰਦੀ ਹੈ। 1 ਮਿੰਟ ਸੈਕਟਰੀ ਸਾਹਿਬ, ਮੈਂ 1 ਮਿੰਟ ਦੇਣਾ, ਮੈਂ ਇੱਕ ਸਵਾਲ ਲੈ ਲਾਂ।
ਇੱਕ ਫਰਸਟ੍ਰੇਸ਼ਨ ਦਾ ਲੈਵਲ ਐਸਾ ਆ ਜਾਂਦਾ ਹੈ ਕਿ ਜਦੋਂ ਤੁਹਾਨੂੰ ਲੱਗਦਾ ਕਿ ਸਾਡੇ ਹੱਥ ਪੱਲੇ ਕੁਝ ਨਹੀਂ ਹੈ ਜਾਂ ਸਾਡੇ ਤੋਂ ਕੰਮ ਨਹੀਂ ਹੋ ਪਾ ਰਹੇ, ਤਾਂ ਇਹ ਰੂਪ ਅਖਤਿਆਰ ਹੋ ਜਾਂਦਾ ਹੈ, ਭਾਵੇਂ ਉਹ ਆਸ਼ੂ ਹੋਣ, ਭਾਵੇਂ ਸਿੰਗਲਾ ਸਾਹਿਬ ਹੋਣ, ਭਾਵੇਂ ਸ਼ੇਰ ਸਿੰਘ ਘੁਬਾਇਆ ਦਾ ਬੇਟਾ ਹੋਵੇ, ਕਿ ਉਹ ਫਰਸਟ੍ਰੇਸ਼ਨ ਨਿਕਲਣੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੁਸੀਂ ਇਹਨਾਂ ਦੂਜੇ ਤਰੀਕੇ ਨਾਲ ਹਰਪ੍ਰੀਤ ਜੀ ਇਮੇਜਿਨ ਕਰਕੇ ਦੇਖੋ, ਜਿਸ ਤਰ੍ਹਾਂ ਅਸੀਂ ਸਾਰੇ ਬੰਦੇ ਨੌਕਰੀ ਕਰਦੇ ਹਾਂ, ਭਾਵੇਂ ਉਹ ਟੀਚਰ ਆ, ਭਾਵੇਂ ਉਹ ਮਿਨਿਸਟਰ ਹੈਗੇ ਆ, ਸਾਰੇ ਨੌਕਰ ਆ ਸਰਕਾਰ ਦੇ ਜੀ। ਔਰ ਇੱਕ ਕਾਨੂੰਨ ਨਾਲ ਬੱਝੇ ਹੋਏ ਆ। ਇਹਨਾਂ ਕੋਲ ਇੰਨੀ ਸੱਤਾ ਕਿੱਥੋਂ ਆ ਜਾਂਦੀ ਹੈ? ਇਹਨਾਂ ਕੋਲ ਇੰਨੇ ਪੁਲਿਸ ਵਾਲੇ, ਇੱਕ ਇਕੱਲੇ ਚੀਫ ਮਿਨਿਸਟਰ ਲਈ 700-800 ਪੁਲਿਸ ਵਾਲਾ, ਉਹਦੀ ਪ੍ਰੋਟੈਕਸ਼ਨ ਨਹੀਂ ਲੱਗਾ, ਕਿਉਂ? ਉਹ ਚੋਰ ਆ? ਜਾਂ ਇਹ ਕਹਿਣ ਅਸੀਂ ਕੋਈ ਗਲਤ ਕੰਮ ਕਰਦੇ ਆ? ਕਿਹੜੀ ਗੱਲ ਦੀ ਪ੍ਰੋਟੈਕਸ਼ਨ ਕਰਦੇ ਆ? ਇਸ ਕਰਕੇ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਸਰਕਾਰਾਂ ਆ, ਜਦੋਂ ਉਹ ਸੱਤਾ 'ਚ ਹੁੰਦੀਆਂ, ਸਰਕਾਰਾਂ ਦਾ ਮਤਲਬ ਵਿੱਚ ਜਿਹੜੇ ਮਿਨਿਸਟਰ, ਖਾਸ ਕਰਕੇ ਜਿਹੜੇ ਵੀ ਸੱਤਾਧਾਰੀ ਪਾਰਟੀ ਹੁੰਦੀ, ਉਹਨਾਂ ਦੇ ਬੰਦੇ ਕੋਈ ਉਹ ਕੰਮ ਜ਼ਿਆਦਾ ਕਰਦੇ ਆ ਜਿਹੜਾ ਕਿ ਲੋਕ ਪਸੰਦ ਨਹੀਂ ਕਰਦੇ, ਔਰ ਉਹਦੇ ਕਰਕੇ ਉਹਨਾਂ ਨੂੰ ਆਪਣਾ ਲੋਕਾਂ ਤੋਂ ਲੁਕਣ ਲਈ ਜਾਂ ਲੋਕਾਂ ਨੂੰ ਦਬਾਉਣ ਲਈ ਇਹੋ ਜਿਹੀ ਭਾਸ਼ਾ ਤੇ ਇਸ ਲੈਵਲ ਤੇ ਉਤਰਨਾ ਪੈਂਦਾ। ਜਿਨ੍ਹਾਂ ਕੋਲ ਇੱਕ ਆਰਡਰ ਕੱਢਣੇ, ਇਹ ਕਹਿਣ ਕਿ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਅਸੀਂ ਪੰਜਾਬ 'ਚ ਲਾਗੂ ਕਰਦੇ ਆ, ਭਾਵੇਂ ਕੋਈ ਡੀਸੀ ਦਾ ਮੁੰਡਾ, ਭਾਵੇਂ ਐਸਐਸਪੀ ਦਾ ਮੁੰਡਾ, ਭਾਵੇਂ ਕਿਸੇ ਵੀ ਅਫਸਰ ਦਾ ਮੁੰਡਾ, ਭਾਵੇਂ ਪੀਐਨ ਦਾ ਮੁੰਡਾ ਤੇ ਭਾਵੇਂ ਟੀਚਰ ਦਾ ਮੁੰਡਾ, ਸਾਰੇ ਗਵਰਨਮੈਂਟ ਸਕੂਲਾਂ 'ਚ ਹੋਣਗੇ। ਤੁਹਾਡੀ ਜੇ ਵਾਹ ਕਰਕੇ ਮੈਂ ਆਉਂਗਾ ਤੁਹਾਡੇ ਮਤਲਬ ਸਾਰੇ ਗਲਾਂ ਦੇ ਵਿੱਚ ਹਾਰ ਪਾਉਣ ਲਈ, ਹਾਲਾਂਕਿ ਮੈਨੂੰ ਹਮੇਸ਼ਾ ਇਹਨਾਂ ਗੱਲਾਂ ਦੀਆਂ ਰਿਜ਼ਰਵੇਸ਼ਨ ਰਹਿੰਦੀਆਂ, ਪਰ ਇਹ ਨਹੀਂ ਕਰਨਗੇ। ਅੱਜ ਮੈਂ ਟੀਚਰਾਂ ਦੇ ਨਾਲ ਇੱਥੇ ਆਉਣ ਤੋਂ ਪਹਿਲਾਂ ਗੱਲਬਾਤ ਕੀਤੀ ਲੀਡਰਾਂ ਨਾਲ, ਇਨਫਾਰਮਲ ਓਰਲ ਆਰਡਰ ਸੈਕਟਰੀਆਂ ਵੱਲੋਂ ਜਾਂ ਹੋਰਨਾਂ ਵੱਲੋਂ ਗਵਰਨਮੈਂਟ ਵੱਲੋਂ ਜਾ ਰਹੇ ਆ ਕਿ ਅੰਗਰੇਜ਼ੀ ਲਾਓ ਪਹਿਲੀ ਕਲਾਸ ਤੋਂ। ਅਜੇ ਉਹ ਰਿਟਰਨ ਨਹੀਂ ਸਰਕੂਲਰ ਹੋਇਆ। ਕਿਉਂ ਬਈ? ਫਿਰ ਪੰਜਾਬੀ ਕਿੱਥੇ ਪੜ੍ਹਨੀ ਜਾ ਕੇ? ਇੰਗਲੈਂਡ ਜਾ ਕੇ ਪੜ੍ਹਨਗੇ ਸਾਡੇ ਬੱਚੇ। ਇਸ ਕਰਕੇ ਇਹੋ ਜਿਹੇ ਕੰਮ ਜੇ ਅਸੀਂ ਕਰਾਂਗੇ, ਸਾਡਾ ਜੀ ਮੁਕਾਬਲਾ ਅੰਗਰੇਜ਼ੀ ਸਕੂਲਾਂ ਨਾਲ, ਅੰਗਰੇਜ਼ੀ ਨਾਲ ਨਹੀਂ। ਤੁਸੀਂ ਟੀਚਰ 80 ਹਰਪ੍ਰੀਤ ਜੀ 80,000 ਟੀਚਰ ਸੜਕਾਂ ਦੇ ਫਿਰਦਾ, ਔਰ 90 ਦਿਨ ਕੇ 100 ਦਿਨ ਉਹਨਾਂ ਨੂੰ ਹੋ ਗਿਆ ਟੈਂਕੀ ਦੇ ਚੜਿਆ ਹੋਇਆਂ ਨੂੰ, ਜਿਹੜੇ ਸੰਗਰੂਰ ਦੇ ਵਿੱਚ ਸਾਰੇ ਆ। ਕਿੰਨੇ ਦਿਨ ਹੋ ਗਏ? ਕੋਈ ਕਿਸੇ ਦੀ ਸੈਂਸਿਟਿਵਿਟੀ ਨਹੀਂ ਹੈ। ਜੇ ਉਹ ਘਰਾਓ ਕਰਦੇ ਆ, ਘਰਾਓ ਹੀ ਕਰਦੇ ਆ, ਗੋਲੀ ਤੇ ਨਹੀਂ ਮਾਰਦੇ। ਤੁਸੀਂ ਉਹਨਾਂ ਨੂੰ ਅੱਗੋਂ ਗਾਲਾਂ ਕੱਢਦੇ ਆ। ਇਹ ਇੱਕ ਮਤਲਬ ਰਿਸਪੈਕਟਫੁਲ ਤਰੀਕਾ ਮਿਨਿਸਟਰ ਵੱਲੋਂ ਇਹੋ ਜਿਹਾ ਮਿਸਬੀਹੇਵ ਉਹ ਠੀਕ ਨਹੀਂ ਹੈ, ਕਿਸੇ ਵੱਲੋਂ ਵੀ ਹੋਵੇ। ਪੁਰਾਣੀਆਂ ਸਰਕਾਰਾਂ 'ਚ ਵੀ ਹੁੰਦਾ ਰਿਹਾ ਬਾਈ ਦਾ, ਇਹ ਹੁਣੇ ਨਹੀਂ ਹੈ। ਇਸ ਕਿਸਮ ਦੀ ਹੈਂਕੜਬਾਜ਼ੀ ਜਾਂ ਹਉਮ ਹੈ, ਉਹਦੇ ਦੋ ਹੀ ਕਾਰਨ ਹੈ। ਇੱਕ ਤੇ ਤੁਹਾਡੇ ਕੋਲ ਆਰਗੂਮੈਂਟ ਨਹੀਂ ਹੈ, ਇੱਕ ਤੁਸੀਂ ਆਪਣੇ ਉਸ ਨਸ਼ੇ 'ਚ ਜਿਹੜੀ ਸੱਤਾ ਦਾ ਤੁਸੀਂ ਸ਼ੁਰੂ 'ਚ ਗੱਲ ਕਹੀ ਕਿ ਇੰਨੀ ਉਹਨਾਂ ਕੋਲ ਸੱਤਾ ਹੋ ਜਾਂਦੀ ਹੈ ਇਨਫਾਰਮਲ ਕਿ ਉਹ ਸਾਰੀਆਂ ਚੀਜ਼ਾਂ ਨੂੰ ਖਰੀਦ ਵੇਚ ਸਕਦੇ ਹੈਗੇ। ਇਸ ਕਰਕੇ ਇਹ ਜਿਹੜਾ ਇੱਕ ਲੈਵਲ ਗਰਾਊਂਡ ਹੋਣੀ ਚਾਹੀਦੀ ਹੈ, ਤਾਂ ਹੀ ਡੈਮੋਕ੍ਰੇਸੀ ਚੱਲਦੀ। ਸੈਕਟਰੀ ਸਾਹਿਬ ਬੜੀਆਂ ਸਾਰੀਆਂ ਉਦਾਹਰਨਾਂ, ਮੈਂ 2 ਉਦਾਹਰਨਾਂ ਸਿਰਫ ਲੈਣੀਆਂ। ਇੱਕ ਤੁਸੀਂ ਘੁਬਾਇਆ ਸਾਹਿਬ ਦੀ ਵੀ ਆਡੀਓ ਵਾਇਰਲ ਹੋਈ ਸੀ, ਜਿਹਦੇ ਵਿੱਚ ਉਹਨਾਂ ਨੇ ਐਸਐਚਓ ਨੂੰ ਧਮਕੀ ਦਿੱਤੀ ਕਿ ਤੇਰਾ ਜੁੱਲੀ ਬਿਸਤਰਾ ਮੈਂ ਗੋਲ ਕਰ ਦੇਣਾ, ਤੂੰ ਰੱਬ ਤਾਂ ਨਹੀਂ ਲੱਗੀ, ਐਸਐਚਓ ਲੱਗੀ ਹੈ। ਦੂਜਾ ਆਸ਼ੂ ਸਾਹਿਬ ਦੀ ਇੱਕ ਆਡੀਓ ਵਾਇਰਲ ਹੋਈ ਸੀ, ਡੀਐਸਪੀ ਨਾਲ ਤਲਕ ਕਲਾਮੀ ਹੋਈ ਔਰ ਡੀਐਸਪੀ ਨੂੰ ਹੁਣੇ ਬਰਤਰਫ ਕਰ ਦਿੱਤਾ ਗਿਆ, ਸਸਪੈਂਡ ਕਰ ਦਿੱਤਾ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਅਜਿਹੀਆਂ ਘਟਨਾਵਾਂ ਦਾ ਲੋਕਾਂ ਤੇ ਅਸਰ ਕਿੰਨਾ ਮਾੜਾ ਪੈਂਦਾ, ਤੁਹਾਡੀ ਸਰਕਾਰ ਦਾ, ਤੁਹਾਡੀ ਪਾਰਟੀ ਦਾ, ਵੀ ਇਹ ਇਦਾਂ ਦੇ ਬੰਦੇ ਨੇ ਜਿਹੜੇ ਅਫਸਰਾਂ ਨੂੰ ਨਹੀਂ ਬਖਸ਼ਦੇ, ਪੁਲਿਸ ਵਾਲਿਆਂ ਨੂੰ ਨਹੀਂ ਬਖਸ਼ਦੇ, ਆਮ ਲੋਕਾਂ ਦੀ ਵੈਲਿਊ ਕੀ ਹੋਏਗੀ ਫਿਰ ਨਜ਼ਰਾਂ 'ਚ? ਦੇਖੋ, ਆਮ ਲੋਕਾਂ ਦੀ ਵੈਲਿਊ ਤੇ ਸਭ ਤੋਂ ਵੱਧ ਹੈ ਜੀ। ਅਸੀਂ ਤੇ ਸਾਡੇ ਸਾਰੇ ਲੀਡਰ, ਅਸੀਂ ਸਾਰੇ ਜਨਤਾ ਦੇ ਦਾਸ ਆ, ਵੀ ਆ ਪਬਲਿਕ ਸਰਵੈਂਟ, ਔਰ ਜਿੰਨੀ ਵੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ। ਇਸ ਮਾਹੌਲ ਦੇ ਵਿੱਚ, ਇਸ ਤਣਾਅ ਦੇ ਮਾਹੌਲ ਦੇ ਵਿੱਚ ਜੋ ਵੱਧ ਤੋਂ ਵੱਧ ਸੇਵਾ ਸਾਡੀ ਮਿਨਿਸਟਰੀ ਕਰ ਰਹੀ ਹੈ, ਸਾਡੇ ਐਮਐਲਏ, ਮੈਂ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਆਇਆ ਨਹੀਂ, ਬਹੁਤ ਅੱਛੀ ਹੈ। ਸੇਵਾ ਮੈਂ ਤਾਂ ਕੁਝ ਹੋਰ ਪੁੱਛ ਰਿਹਾ, ਔਰ ਮੈਂ ਦੱਸਣਾ ਚਾਹੁੰਦਾ, ਟੀਚਰ ਸਾਹਿਬਾਨ ਕਰ ਰਹੇ ਸੇਵਾ ਤੁਸੀਂ ਕਰਦੇ ਹੋ ਡਾਂਗਾ ਦੇ ਨਾਲ, ਗਾਲਾਂ ਦੇ ਨਾਲ ਜੀ, ਪੰਨੇ ਲੱਤਾਂ ਬਾਹਾਂ ਤੋੜੀਆਂ, ਸੇਵਾ ਹੀ ਕੀਤੀ ਆ ਉਹ। ਦੇਖੋ ਗੱਲ ਸੁਣੋ, ਜੋ ਫਿਰ ਜਨਰਲ ਜੀ, ਮੈਂ ਐਜ਼ ਏ ਕਾਂਗਰਸਮੈਨ ਨਹੀਂ, ਐਜ਼ ਏ ਪਰਸਨਲ ਗੱਲ ਕਰ ਰਿਹਾ ਕਿ ਜੋ ਇਹਨਾਂ ਟੀਚਰਾਂ ਨੇ ਸਿਖਾਇਆ ਉਹੀ ਸਮਾਜ ਅੱਗੇ ਆ ਰਿਹਾ ਨਾ। ਟੀਚਰਾਂ ਨੇ ਕਦੋਂ ਸਿਖਾਇਆ? ਟੀਚਰ ਨਹੀਂ ਸਾਡੇ ਪੰਜਾਬ ਦੇ ਬਾਹਰੋਂ ਤਾਂ ਕੋਈ ਪੜ੍ਹ ਕੇ ਨਹੀਂ ਆਇਆ। ਟੀਚਰਾਂ ਨੇ ਸਿਖਾਇਆ ਕਿ ਇਹਦਾ ਮਤਲਬ ਟੀਚਰਾਂ ਨੇ, ਅਸੀਂ ਐਮਐਲਏ ਮੰਤਰੀਆਂ ਨੂੰ ਸਿਖਾਇਆ। ਦੇਖੋ ਗੱਲ ਸੁਣੋ, ਇਹ ਸਾਡੇ ਕੋਲ ਪੜ੍ਹੇ ਨਹੀਂ ਹੈਗੇ। ਗੱਲ ਸੁਣੋ, ਅਸੀਂ ਪੰਜਾਬ 'ਚ ਰਹਿ ਕੇ ਪੜ੍ਹੇ ਆ, ਸਾਰੇ ਮਿਨਿਸਟਰ, ਸਾਰੇ ਐਮਐਲਏ ਪੰਜਾਬ ਜੀ ਪੜ੍ਹੇ ਨੇ ਨਾ। ਚਲੋ ਸੈਕਟਰੀ ਸਾਹਿਬ, ਆਪਾਂ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹੇ। ਸੈਕਟਰੀ ਸਾਹਿਬ, ਇੱਕ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹੇ। ਮੇਰਾ ਕਹਿਣ ਦਾ ਸਾਡਾ ਕਰੈਕਟਰ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹੇ। ਮੇਰੇ ਕਹਿਣ ਦਾ ਮਤਲਬ ਤੁਸੀਂ ਸਮਝੇ ਨਹੀਂ ਸ਼ਾਇਦ। ਮੇਰੇ ਕਹਿਣ ਦਾ ਮਤਲਬ ਹੈ, ਜਦੋਂ ਵੀ ਤੁਸੀਂ ਕੋਈ ਮੰਦੀ ਸ਼ਬਦਾਵਲੀ ਵਰਤਦੇ ਹੋ, ਭਾਵੇਂ ਉਹ ਲੋਕਾਂ ਲਈ ਹੋਣ, ਟੀਚਰ ਲਈ ਹੋਣ, ਪੁਲਿਸ ਵਾਲੇ ਲਈ ਹੋਣ, ਡੀਐਸਪੀ ਲਈ ਹੋਵੇ, ਐਸਐਚਓ ਲਈ ਹੋਵੇ, ਉਹਦਾ ਪ੍ਰਭਾਵ ਲੋਕਾਂ ਦੇ ਵਿੱਚ ਗਲਤ ਜਾਂਦਾ ਹੈ। ਤੁਹਾਡੀ ਪਾਰਟੀ ਦੇ ਲਈ, ਤੁਹਾਡੇ ਮਿਨਿਸਟਰਾਂ ਦੇ ਪ੍ਰਤੀ, ਕਿ ਤੁਸੀਂ ਜੇ ਇੰਨੇ ਉੱਚੇ ਅਹੁਦਿਆਂ ਤੇ, ਸਨਮਾਨਯੋਗ ਅਹੁਦਿਆਂ ਤੇ ਲੋਕਾਂ ਦੀ ਕਦਰ ਨਹੀਂ ਕਰਦੇ, ਤੁਸੀਂ ਆਮ ਲੋਕਾਂ ਦੀ ਕਦਰ ਕੀ ਕਰੋਗੇ ਫਿਰ? ਜਨਾਬ, ਮੈਂ ਉਸ ਚੀਜ਼ ਦਾ ਜਵਾਬ ਤੁਹਾਨੂੰ 2 ਵਾਰੀ ਕਹਿ ਕੇ ਦੇ ਚੁੱਕਾ ਹਾਂ ਕਿ ਅਗਰ ਸਲਿਪ ਆਫ ਟੰਗ ਹੋਈ ਹੈ, ਉਹਦੀ ਐਜ਼ ਏ ਕਾਂਗਰਸ ਦਾ ਸੈਕਟਰੀ ਸੀਗਾ, ਮੈਂ ਸੀਨੀਅਰ ਮੋਸਟ ਆ, ਕਮ ਸੇ ਕਮ 37 ਸਾਲ ਦਾ ਕਾਂਗਰਸ ਦਾ ਐਮਐਲਏ ਬੰਦਾ,
ਜਿੱਦਾਂ ਹਾਰਦਾ ਰਿਹਾ ਪਬਲਿਕ ਲਾਈਫ 'ਚ, ਮੈਂ ਕਿਹਾ ਛੋਟੇ ਵੀਰ ਨੇ ਆਪਣੇ, ਅਗਰ ਉਹਨਾਂ ਦੀ ਸਲਿਪ ਆਫ ਟੰਗ ਹੋਈ ਆ ਉਹਦੀ ਆਈ ਫੀਲ ਸੌਰੀ। ਨਾਓ ਦੀ ਕੁਐਸਚਨ ਇਜ਼ ਤੁਸੀਂ ਇਸ਼ੂ ਤੇ ਗੱਲ ਕਰੋ, ਜਿਹੜਾ ਤੁਸੀਂ ਸ਼ੁਰੂ ਕੀਤਾ ਹੈ। ਕਿਆ ਤੁਹਾਨੂੰ ਪਤਾ ਹੈ ਇਸ ਚੀਜ਼ ਦਾ ਕਿ ਅੱਜ ਪੰਜਾਬ ਸਰਕਾਰ ਦੇ ਜਿੰਨੇ ਸਕੂਲ ਨੇ ਸਰਕਾਰੀ ਜੀ, ਉਹਨਾਂ 'ਚ ਜਿੰਨੇ ਬੱਚੇ ਪੜ੍ਹਦੇ ਪਏ ਨੇ ਔਰ ਜਿੰਨਾ ਖਰਚਾ ਕਰ ਰਹੀ ਆ, ਤੇ 2600 ਰੁਪਇਆ ਪਰ ਚਾਈਲਡ ਪਰ ਮੰਥ ਖਰਚਾ ਆ ਰਿਹਾ। ਔਰ ਪ੍ਰਾਈਵੇਟ ਸਕੂਲ ਦੇ ਵਿੱਚ ਇੰਗਲਿਸ਼ ਐਜੂਕੇਸ਼ਨ ਦੇ ਨਾਲ 1500 ਰੁਪਏ ਜਿਹੜੇ ਮਰਜ਼ੀ ਸ਼ਹਿਰ 'ਚ ਪੜ੍ਹਾ ਲਓ। ਮਤਲਬ ਆਪਾਂ ਕਹਿਣਾ ਕੀ ਚਾਹੁੰਦੇ ਆ, ਸਰਕਾਰੀ ਸਕੂਲ ਮੇਰਾ ਸਵਾਲ ਹੈ ਕਿ ਸਰਕਾਰੀ ਸਕੂਲ ਜਿਹੜਾ 1000 ਰੁਪਇਆ ਵੱਧ ਖਰਚਾ ਕਰ ਰਿਹਾ ਹੈ, ਉਹ ਗਰੀਬ ਦੇ ਬੱਚੇ ਨੇ 1000 ਰੁਪਏ ਵੱਧ ਨਜ਼ਰ ਆਏ, ਘੱਟੋ ਘੱਟ ਬਰਾਬਰ ਤੇ ਕਰਕੇ ਦਿਖਾਓ। ਅੱਛਾ, ਤੁਸੀਂ ਐਜੂਕੇਸ਼ਨ ਸਿਸਟਮ ਦੀ ਬਜਾਏ 1500 ਰੁਪਏ ਮੈਂ ਸਵਾਲ ਤੁਹਾਡਾ ਸਮਝ ਗਿਆ ਤੇ ਕਿ ਬੱਚਾ ਅਧਿਆਪਕ ਚੱਜਦੇ ਨਹੀਂ 2600 ਰੁਪਇਆ ਪ੍ਰਤੀ ਮਹੀਨਾ ਖਰਚ ਕੇ ਵੀ 2500 ਰੁਪਇਆ ਉਹ ਟੈਕਸ ਤੇ ਸਾਡਾ ਹੀ ਹੈ ਨਾ। 2500 ਰੁਪਇਆ ਖਰਚ ਕੇ ਟੈਕਸ ਤੇ ਸਾਡਾ ਪੰਜਾਬ ਦੇ ਲੋਕਾਂ ਦਾ ਨਹੀਂ ਪੜਾ ਰਹੇ ਕਿਉਂਕਿ ਅਧਿਆਪਕ ਢੰਗ ਦੇ ਨਹੀਂ। ਮੈਂ ਜਵਾਬ ਲੈ ਰਿਹਾ ਹਰਪ੍ਰੀਤ ਜੀ, ਇਹ ਬੜਾ ਟੌਪਿਕ ਇੰਪੋਰਟੈਂਟ ਇਸ਼ੂ ਹੈ। ਠੀਕ ਹੈ ਮੈਂ ਜਵਾਬ ਲੈ ਰਿਹਾ। ਟੈਕਸ ਦਿੱਤਾ ਜਾ ਰਿਹਾ ਤੁਹਾਡੇ ਸਾਡੇ ਸਾਰੇ ਜੇਬ ਤੋਂ ਜਾ ਰਿਹਾ, ਖੂਨ ਪਸੀਨੇ ਦੀ ਕਮਾਈ ਤੋਂ ਜਾ ਰਿਹਾ। ਅਸੀਂ 1000 ਰੁਪਇਆ ਵੱਧ ਦੇ ਰਹੇ ਹਾਂ ਮਹੀਨੇ ਦਾ ਕਿ ਗਰੀਬ ਦਾ ਬੱਚਾ ਬਰਾਬਰ ਤੇ ਆ ਜਾਵੇ, ਤੇ ਪੜਾ ਨਹੀਂ ਪਾ ਰਹੇ। ਹਾਂਜੀ ਪੁਨੀਆ ਕਿਉਂ ਨਹੀਂ ਆ ਰਿਹਾ, ਕਿਉਂ ਨਹੀਂ ਦੱਸਦੀ ਹੈ ਸਾਨੂੰ? ਹਾਂਜੀ ਪੁਨੀਆ ਦੱਸਣ ਟੀਚਰਸ, ਦੱਸੋ ਜੀ, ਦੱਸੋ ਪੁਨੀਆ। ਅਸੀਂ ਇਹ ਦੱਸਦੇ ਆ ਜੀ, ਇਹ ਨੋਟ ਕਰਨ, ਪੰਜਾਬ ਦੀ ਕੋਈ ਸਿੱਖਿਆ ਨੀਤੀ ਨਹੀਂ, ਸ਼ਰਮ ਨਹੀਂ ਇਹ 72 ਸਾਲਾਂ 'ਚ ਹਿਮਾਚਲ ਦੀ ਹੈਗੀ, ਸਾਡੇ ਵਿੱਚੋਂ ਬਣੇ ਹੋਏ ਦੀ, ਹਰਿਆਣੇ ਦੀ ਹੈਗੀ। ਤੁਸੀਂ ਬਣਾਓ ਨਾ, ਅੱਜ ਤੱਕ ਅਸੀਂ ਬਣਾ ਮਹਿਕਮੇ 'ਚ ਤੁਸੀਂ ਹੋ, ਸਾਡੀਆਂ ਐਕਸੈਪਟ ਕਰੋ, ਮਹਿਕਮੇ ਤੁਸੀਂ ਵਾਲੀ ਵਰਸ ਹੋ, ਸਾਡੀਆਂ ਦਿੱਤੀਆਂ ਆਪਣੀਆਂ ਤਨਖਾਹਾਂ ਵਿੱਚ ਤੁਸੀਂ ਐਜੀਟੇਸ਼ਨ ਕਰਦੇ ਹੋ, ਪਾਲਿਸੀ ਤੁਸੀਂ ਬਣਵਾਓ। ਐਜੀਟੇਸ਼ਨ ਇਸੇ ਲਈ ਕਰਦੇ ਆ ਕਿ ਨੀਤੀ ਹੀ ਨਹੀਂ ਕੋਈ। ਜੇ ਨੀਤੀ ਹੈ ਨਹੀਂ ਤਾਂ ਸਿੱਖਿਆ ਕਹੇ ਜੀ, ਕੋਈ ਸਿੱਖਿਆ ਨਹੀਂ ਹੈਗੀ। ਔਰ ਇਹੋ ਜਿਹੇ ਗਾਲਾਂ ਕੱਢਣ ਵਾਲੇ ਸਿਆਸਤਦਾਨਾਂ ਨੂੰ, ਇਸ ਕਿਸਮ ਦੇ ਧੱਕੇਸ਼ਾਹੀ ਕਰਨ ਵਾਲੇ ਸਿਆਸਤਦਾਨਾਂ ਨੂੰ ਅਸੀਂ ਨਹੀਂ ਪੜਾਇਆ ਤੇ ਨਹੀਂ ਪੜਾਵਾਂਗੇ। ਇਸ਼ੂ ਤੇ ਆਓ, ਬਿਲਕੁਲ ਨਹੀਂ ਪੜਾਵਾਂਗੇ। ਹਾਂ, ਇਕਨੋਮਿਕਟ ਪੜੇ ਹੋਏ ਹੋ ਸਕਦੇ ਆ ਜੀ, ਮਸ਼ੀਨਾਂ ਹੋ ਸਕਦੀਆਂ ਨੇ, ਉਹਨਾਂ 'ਚੋਂ ਮਸ਼ੀਨਾਂ ਨਿਕਲਦੀਆਂ ਤੇ ਮਸ਼ੀਨਾਂ ਕੁਝ ਵੀ ਬੋਲ ਸਕਦੀਆਂ, ਕੁਝ ਵੀ ਕਹਿ ਸਕਦੀਆਂ, ਧੱਕਾ ਕਰ ਸਕਦੀਆਂ ਨੇ, ਗਾਲਾਂ ਕੱਢ ਸਕਦੀਆਂ ਨੇ। ਇਨਸਾਨ ਕਦੇ ਗਾਲ ਨਹੀਂ ਕੱਢੇਗਾ ਵੱਡੇ ਰੁਤਬੇ ਤੇ ਹੋ ਕੇ। ਉਹ ਜਿੰਨਾ ਉੱਪਰ ਜਾਂਦਾ ਉਹਨਾਂ ਉਹ 'ਚ ਨਿਮਰਤਾ ਹੁੰਦੀ ਹੈ, ਜ਼ਿੰਮੇਵਾਰੀ ਹੁੰਦੀ ਹੈ। ਘਰ ਜਾ ਕੇ ਗੱਲ ਕਰਨਾ, ਇਸ ਕਰਕੇ ਜਾ ਕੇ ਪੁੱਛਣਾ ਤੁਹਾਡੇ ਘਰ ਆਣਾ, ਮੈਂ ਘਰ ਆ ਜਾਓ। ਮੋਸਟ ਵੈਲਕਮ ਮੇਰੇ ਘਰ ਜ਼ਰੂਰ ਆਓ, ਮੇਰੇ ਘਰ ਜ਼ਰੂਰ ਆਓ। ਜੇ ਮੇਰੇ ਘਰ 'ਚ ਹੋਇਆ ਜ਼ਰੂਰ ਆਵਾਂਗਾ, ਮੇਰੇ ਘਰ 'ਚ ਪੁੱਛਾਂਗਾ ਕਿ ਭਰਾ ਸਾਡੇ ਨਹੀਂ, ਕੋਈ ਗੱਲ ਨਹੀਂ, ਜਦੋਂ ਮਰਜੀ ਆਓ। ਜਦੋਂ ਤੁਸੀਂ ਘਰ ਦਾ ਕੰਪੈਰੀਜ਼ਨ ਸੜਕਾਂ ਤੇ ਮਿਨਿਸਟਰ ਸਾਹਿਬਾਨ ਦਾ ਕਿਵੇਂ ਕਰ ਸਕਦੇ ਆ ਆਪਾਂ? ਇੱਕ ਅਹੁਦੇ ਤੇ ਬੈਠਾ ਮੰਤਰੀ ਹੈ, ਮੀਡੀਆ ਦੇ ਸਾਹਮਣੇ ਗਾਲਾਂ ਕੱਢੀ ਹੈ ਟੀਚਰਾਂ ਨੂੰ ਵੀ ਨਹੀਂ ਗੰਦੀਆਂ, ਤੇ ਉਸ ਦਾ ਕੰਪੈਰੀਜ਼ਨ ਕਰ ਰਹੇ ਹੋ ਕਿ ਤੁਸੀਂ ਘਰ 'ਚ ਵੀ ਤਾਂ ਗਾਲਾਂ ਕੱਢਦੇ ਹੋ। ਇਹ ਜਸਟੀਫਿਕੇਸ਼ਨ ਠੀਕ ਨਹੀਂ ਲੱਗਦੀ ਜਿਹੜੀ ਤੁਸੀਂ ਦੇ ਰਹੇ ਹੋ। ਚਲੋ ਮੇਰੇ ਕੋਲ ਸਮਾਂ ਘੱਟ ਹੈ, ਗਰਗ ਸਾਹਿਬ ਕੁਝ ਕਹਿਣਾ ਚਾਹੁੰਦੇ? ਸਾਡੀ ਅਪਬ੍ਰਿੰਗਿੰਗ ਜਿਹੜੀ ਹੈ, ਪੰਜਾਬ ਦਾ ਕਲਚਰ ਜਿਹੜਾ ਹੈ, ਉਹ ਗਾਲਾਂ ਵਾਲਾ ਕਲਚਰ ਜਿਹੜਾ ਵਾ ਜਿਸ ਤਰ੍ਹਾਂ ਦਾ ਹੈਗਾ ਤੁਹਾਡੇ ਸਾਹਮਣੇ ਹੈ। ਠੀਕ ਹੈ। ਹਾਂਜੀ, ਦੇਖੋ ਹਰਪ੍ਰੀਤ ਜੀ, ਜਿਸ ਤਰੀਕੇ ਨਾਲ ਤੁਸੀਂ ਦੱਸਿਆ, ਇਹ ਇਕੱਲਾ ਵਿਜੇਂਦਰ ਸਿੰਗਲਾ ਜੀ ਦਾ ਮਸਲਾ ਨਹੀਂ ਹੈਗਾ। ਉਸ ਤੋਂ ਬਾਅਦ ਦਵਿੰਦਰ ਘੁਬਾਇਆ ਜੀ, ਰਾਜਾ ਵੜਿੰਗ ਜੀ, ਭਾਰਤ ਭੂਸ਼ਣ ਆਸ਼ੂ ਜੀ, ਇਹ ਸਾਰਿਆਂ ਦਾ ਮੁੱਦਾ ਹੈਗਾ। ਇੱਕ ਬੰਨੇ ਦੇਖੋ ਲੋਕਾਂ ਦੇ ਵਿੱਚ ਜਿਹੜੀ ਇਹ ਤਾਂ ਹੁਣ ਤਾਂ ਸੇਖੜੀ ਸਾਹਿਬ ਤਾਂ ਕਹਿ ਰਹੇ ਆ ਨਾ ਕਿ ਇਹਨਾਂ ਨੂੰ ਫਰਸਟ੍ਰੇਸ਼ਨ ਹੋ ਗਈ, ਤੇ ਜਿਹੜੀ ਲੋਕਾਂ ਨੂੰ ਫਰਸਟ੍ਰੇਸ਼ਨ ਹੋ ਰਹੀ ਹੈ ਤੇ ਕਿਤੇ ਉਹ ਉਤਰਨੀ ਸ਼ੁਰੂ ਹੋ ਗਈ ਲੋਕਾਂ ਦੀ ਫਰਸਟ੍ਰੇਸ਼ਨ, ਉਹਦਾ ਕੀ ਬਣੇਗਾ? ਠੀਕ ਹੈ ਨਾ। ਔਰ ਤੁਸੀਂ ਦੇਖੋ, ਇਹ ਤੇ ਹਾਈ ਕੋਰਟ ਦੇ ਆਰਡਰ ਮੰਨਣ ਨੂੰ ਤਿਆਰ ਨਹੀਂ। ਜਿਹੜੀ ਭਾਰਤ ਭੂਸ਼ਣ ਜੀ ਦੀ ਆਡੀਓ ਆਈ ਜਿਹੜੀ ਹੈ, ਇਹ ਤੇ ਮਤਲਬ ਡੰਡੇ ਦੇ ਜ਼ੋਰ ਤੇ ਕੋਈ ਕਾਨੂੰਨ ਨਹੀਂ, ਸਿਰਫ ਜੰਗਲ ਰਾਜ ਆ, ਔਰ ਉਸ ਨੂੰ ਡਿਕਟੇਟ ਕਰ ਰਹੇ ਨੇ ਹਾਈ ਕੋਰਟ। ਮੈਂ ਵੇਖਾਂਗਾ, ਤੁਸੀਂ ਜਿਵੇਂ ਮੈਂ ਕਹਿ ਰਿਹਾ ਉਵੇਂ ਕਰਨਾ ਤੇ ਕਰੋ, ਨਹੀਂ ਤੇ ਆਪਣਾ ਜੁੱਲੀ ਬਿਸਤਰਾ ਇੱਥੋਂ ਚੱਕੋ ਤੇ ਉਹ ਜੁੱਲੀ ਬਿਸਤਰਾ ਨੂੰ ਦਿਖਾਈ ਦਿੱਤਾ ਵਾ। ਠੀਕ ਹੈ ਨਾ। ਅੱਜ ਪੰਜਾਬ ਦੇ ਲੋਕਾਂ 'ਚ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਆ ਰਹੀ ਹੈਗੀ ਹੈ। ਇੱਕ ਤੇ ਤੁਸੀਂ ਆਪਣੇ ਵਾਅਦਾ ਤੋਂ ਮੁੱਕਰ ਗਏ, ਉੱਤੋਂ ਤੁਸੀਂ ਇਹ ਗੁੰਡਾਗਰਦੀ ਜਿਹੜੀ ਕਰਦੇ ਹੋ, ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਚਲੋ ਸੈਕਟਰੀ ਸਾਹਿਬ ਕੁਝ ਕਹਿਣਾ ਚਾਹੁੰਦੇ, ਫਿਰ ਮੈਂ ਵਾਈਂਡ ਅਪ ਕਰਾਂਗਾ। ਦੇਖੋ ਜੀ, ਮੇਰੀ ਤੇ ਇਹ ਰਾਏ ਹੈ ਕਿ ਬੜਾ ਸੂਝਵਾਨ ਪੈਨਲ ਹੈ ਤੁਹਾਡਾ, ਅੱਛੇ ਸੁਝਾਅ ਆਏ। ਜਿੱਥੇ ਕਿਤੇ ਕਿਸੇ ਵੀ ਸੀਨੀਅਰ ਆਦਮੀ ਕੋਲ, ਚਾਹੇ ਕਿਸੇ ਵੀ ਪੋਸਟ ਹੈ, ਕੱਲ ਨੂੰ ਇਹਨਾਂ 'ਚ ਕੋਈ ਟੀਚਰ ਐਜ ਏ ਪ੍ਰਿੰਸੀਪਲ ਵੀ ਗੁੱਸਾ ਖਾਂਦਾ, ਉਹ ਗਲਤ ਹੈ। ਜਦੋਂ ਵੈਨ ਯੂ ਆਰ ਰਿਸਪੌਂਸੀਬਲ, ਉਹ ਕਰਨਾ ਨਹੀਂ ਚਾਹੀਦਾ। ਬਟ ਮੇਨ ਇਸ਼ੂ ਪੰਜਾਬ ਦੀ ਜਨਤਾ ਦੇ ਸਾਹਮਣੇ ਇਹ ਹੈ ਕਿ ਅਗਰ 1000 ਰੁਪਇਆ ਵੱਧ ਖਰਚ ਕੇ ਵੀ ਗਰੀਬ ਦਾ ਬੱਚਾ ਪ੍ਰਾਈਵੇਟ ਸਕੂਲ ਦੇ ਬਰਾਬਰ ਨਹੀਂ ਆ ਰਿਹਾ, ਤੇ ਉਹ 'ਚ ਕਿਹੜਾ ਕਸੂਰ ਹੈ, ਇਹ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਹਾਂ, ਇਹਦੇ ਕਸੂਰ ਕਰਕੇ ਸਿੰਗਲਾ ਸਾਹਿਬ ਨੂੰ ਗੁੱਸਾ ਆ ਗਿਆ, ਇਸ ਲਈ ਉਹਨਾਂ ਨੇ ਗਾਲਾਂ ਕੱਢਤੀਆਂ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਇਸ ਤੇ ਚਰਚਾ ਆਪਾਂ ਜ਼ਰੂਰ ਕਰਾਂਗੇ, ਫਿਰ ਤੋਂ ਲੈ ਕੇ ਆਵਾਂਗੇ ਚਰਚਾ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਪਰ ਮੁੱਕਦੀ ਗੱਲ ਇਹ ਹੈ ਕਿ ਇਹ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ, ਨਾ ਹੀ ਇਸ ਦੀ ਕੋਈ ਜਸਟੀਫਿਕੇਸ਼ਨ ਹੋ ਸਕਦੀ ਹੈ ਕਿ ਗੁੱਸਾ ਆ ਗਿਆ ਤੇ ਉਹਨਾਂ ਨੇ ਗਾਲਾਂ ਕੱਢ ਦਿੱਤੀਆਂ। ਭਾਵੇਂ ਕੰਮ ਜਿੰਨਾ ਮਰਜ਼ੀ ਕੀਤਾ ਹੋਵੇ, ਭਾਵੇਂ ਬੰਦਾ ਸੋਨੇ ਦਾ ਕਿਉਂ ਨਾ ਹੋਵੇ, ਪਰ ਕਿਸੇ ਨੂੰ ਇਹ ਅਧਿਕਾਰ ਨਹੀਂ ਹੈ ਕਿ ਤੁਸੀਂ ਐਸੀ ਸਨਮਾਨਿਤ ਸ਼ਖਸੀਅਤ ਹੋਵੋ ਜਿਹੜੇ ਤੁਸੀਂ ਇੱਕ
ਅਜਿਹੀ ਕੁਰਸੀ ਤੇ ਬੈਠੇ ਹੋਵੋ ਤੇ ਤੁਸੀਂ ਗਾਲਾਂ ਕੱਢੋ ਉਹਨਾਂ ਨੂੰ ਜਿਹੜੇ ਸਾਡੇ ਆਉਣ ਵਾਲੀ ਪਨੀਰੀ ਨੂੰ ਚਮਕਾਉਂਦੇ ਨੇ। ਇਹ ਸ਼ਾਇਦ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।